ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਹੀ ਸਾਰੇ ਸਰੋਤੇ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਸ਼ਟਰਪਤੀ ਦੀ ਚੋਣ ਹੋ ਚੁੱਕੀ ਹੈ, ਉਸ ਨੂੰ ਲੈ ਕੇ ਪਹਿਲਾਂ ਹੀ ਹੰਗਾਮਾ ਹੋ ਗਿਆ ਰਾਸ਼ਟਰਪਤੀ ਪਤਨੀ ਨੂੰ ਲੈ ਕੇ। ਹੁਣ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਅੱਜ। NDA ਦੇ ਉਮੀਦਵਾਰ ਦਾ ਰਾਸ਼ਟਰਪਤੀ ਬਣਨਾ ਤੈਅ। ਲੁਗੁੱਤਮ ਇਹ ਹੈ ਜੀ, ਕੀ ਕਹਿਣਾ ਚਾਹੋਗੇ, ਕੀ ਹੈ ਲੁਗੁੱਤਮ? ਥੋੜਾ ਜਿਹਾ ਸਮਝਾਓ ਸਾਨੂੰ। ਬੀਜੇਪੀ ਉਹਦੇ 303 ਜਿਹੜੇ ਸੰਸਦ ਮੈਂਬਰ ਹੈਗੇ ਨੇ। ਲੁਗੁੱਤਮ ਇਹ ਹੈ ਜੀ, ਜਿਹੜੀ ਬੀਜੇਪੀ ਆ ਉਹਦੇ 303 ਜਿਹੜੇ ਸੰਸਦ ਮੈਂਬਰ ਹੈਗੇ ਨੇ ਉਹ ਬਕਾਇਦਾ ਤੌਰ ਤੇ ਲੋਕ ਸਭਾ ਚ ਹੈਗੇ ਤੇ 391 ਚਾਹੀਦੇ ਨੇ ਚੋਣ ਜਿੱਤਣ ਵਾਸਤੇ। ਬਾਕੀ ਜਿਹੜੇ ਕੋਈ ਰਾਜ ਸਭਾ ਚ ਹੈਗੇ, ਰਾਜ ਸਭਾ ਦੇ ਪਾ ਕੇ 394 ਬਣ ਜਾਂਦੇ ਆ। ਫਿਰ ਜਿਹੜੀਆਂ ਉਹਦੀਆਂ ਐਸੋਸੀਏਟ ਪਾਰਟੀਆਂ ਉਹਨਾਂ ਦੇ ਆ ਟੋਟਲ ਇਸ ਵੇਲੇ ਜਿਹੜਾ ਵੋਟ ਪਾ ਸਕਣੀ ਉਹ 788 ਮੈਂਬਰ ਨੇ। ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਉਹਦੇ ਵਿੱਚ ਵੱਖ-ਵੱਖ ਵਿਧਾਨ ਸਭਾ ਦੇ ਵਿਧਾਇਕ ਵੀ ਵੋਟ ਪਾਉਂਦੇ, ਲੇਕਿਨ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ ਤੇ ਸਿਰਫ ਲੋਕ ਸਭਾ ਦੇ ਮੈਂਬਰ ਤੇ ਰਾਜ ਸਭਾ ਦੇ ਮੈਂਬਰ ਵੋਟ ਪਾਉਂਦੇ। ਇਹਦੇ ਵਿੱਚ ਜਿਹੜੇ 12 ਮੈਂਬਰ ਨਾਮਜ਼ਦ ਕੀਤੇ ਹੁੰਦੇ ਆ ਉਹਨਾਂ ਨੂੰ ਰਾਸ਼ਟਰਪਤੀ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ, ਲੇਕਿਨ ਉਪ ਰਾਸ਼ਟਰਪਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ। ਉਹਦੇ ਹਿਸਾਬ ਨਾਲ ਜੇ 788 ਮੈਂਬਰ ਵੈਸੇ ਤਾਂ 790 ਬਣਦੇ, 200 ਖਾਲੀ ਨੇ। 788 ਦੇ ਵਿੱਚੋਂ ਜਿਹੜੀਆਂ ਹੁਣ ਇਹਨਾਂ ਨੂੰ ਚਾਹੀਦੀਆਂ 391 ਦੇ ਕਰੀਬ ਚਾਹੀਦੀਆਂ। 391 ਬੜੇ ਆਰਾਮ ਨਾਲ ਲੱਗਣੇ। 394 ਨੂੰ ਹੈਗੀਆਂ। ਬਾਕੀ ਜਿਹੜੀ ਇਹਨਾਂ ਕੋਲ ਕਹਿ ਦਈਏ ਆਪਾਂ 394 ਚਾਹੀਦੀਆਂ ਇਹਨਾਂ ਕੋਈ ਸੁਝਾਅ ਨਹੀਂ ਹੈਗੇ। ਜਿਹੜੀਆਂ ਬਾਕੀ ਚਾਹੀਦੀਆਂ, ਬਾਕੀ ਨੇ ਐਸੋਸੀਏਟ ਹੈਗੀਆਂ ਨੇ। ਅਕਾਲੀ ਦਲ ਦੀਆਂ 2 ਵੋਟਾਂ ਇਹਨਾਂ ਨੂੰ ਪੈਣੀਆਂ। ਇਹ ਤੇ ਲਿਖਿਆ ਨਾ ਕੱਲ੍ਹ ਤੇ ਉਹ ਕਹਿੰਦੇ ਅਸੀਂ ਕਾਂਗਰਸ ਉਮੀਦਵਾਰ ਨੂੰ ਪਾਉਣੀ ਨਹੀਂ। ਫਿਰ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਆ, ਵਿਰੋਧੀ ਧਿਰ ਦੀਆਂ ਵੋਟਾਂ ਕਰੀਬ 40 ਜਿਹੜੀਆਂ ਉਹ ਸਾਈਡ ਲਾਈਨ ਹੋਈ। TMC ਨੇ ਕਹਿਤਾ, ਆਪਾਂ ਇਸੇ ਮੰਚ ਤੇ ਇੱਕ ਗੱਲ ਕੀਤੀ ਜੀ ਕੁਝ ਦਿਨ ਪਹਿਲਾਂ ਵੀ ਬਕਾਇਦਾ ਤੌਰ ਤੇ ਜਗਦੀਪ ਧਨਖੜ ਜਿਹੜਾ ਪੱਛਮੀ ਬੰਗਾਲ ਦਾ ਗਵਰਨਰ ਰਿਹਾ ਵਾ, ਰਾਜਪਾਲ ਰਿਹਾ ਵਾ, ਉਹਦਾ ਤੇ ਬੀਬੀ ਮਮਤਾ ਦਾ ਇੱਟ ਖੜਕ ਕਰਿਆ ਜਿੰਦੇ ਉੱਥੇ ਰਾਜਪਾਲ ਰਿਹਾ ਵਾ। ਲੇਕਿਨ ਜਦੋਂ ਉਹ ਉਮੀਦਵਾਰ ਬਣਿਆ ਵਾ, ਕਹਿ ਦਿੱਤਾ ਪਾਰਟੀ ਨੇ ਵੀ ਉਹਨੂੰ ਉਮੀਦਵਾਰ ਬਣਾਇਆ ਜਾਵੇਗਾ। ਇਹਨਾਂ ਦੀ ਮੀਟਿੰਗ ਬਕਾਇਦਾ ਤੌਰ ਤੇ ਦਾਰਜੀਲਿੰਗ ਦੇ ਵਿੱਚ ਹੁੰਦੀ ਹੈ। ਦਾਰਜੀਲਿੰਗ ਦੇ ਸਾਹਮਣੇ ਜਿਹੜਾ ਮੁੱਖ ਮੰਤਰੀ ਉਹ ਵੀ ਹੁੰਦਾ ਉੱਥੇ, ਤੇ ਇਹ ਵੀ ਹੁੰਦੀ। ਇੱਕ ਪਾਰਟੀ ਹੁੰਦੀ ਹੈ, ਤਿੰਨੇ ਇਕੱਠੇ ਹੁੰਦੇ, ਉੱਥੇ ਸਮਝੌਤਾ ਹੋ ਜਾਂਦਾ ਵੀ ਭਾਈ ਤੁਸੀਂ ਮੇਰੀ ਮਦਦ ਕਰੋ, ਮੈਂ ਤੁਹਾਡੀ ਕਰੂੰ। ਉਹ ਬੀਬੀ ਨੇ ਬਹਾਨਾ ਬਣਾਤਾ ਫਿਰ TMC ਵਾਲੀ ਨੇ। ਉਹ ਕਹਿਣ ਲੱਗੀ ਜੀ ਵੇਖੋ, ਜਿਹੜੀ ਮਾਰਗਟ ਅਲਵਾ ਉਹ ਕਾਂਗਰਸ ਦੀ ਉਮੀਦਵਾਰ, ਸਾਨੂੰ ਕੌਨਫੀਡੈਂਸ ਹੈ ਕਿ ਉਹਨਾਂ ਉਮੀਦਵਾਰ ਨਹੀਂ ਖੜਾ ਕੀਤਾ, ਇਸ ਕਰਕੇ ਅਸੀਂ ਇਸ ਚੋਣ ਦਾ ਬਾਈਕਾਟ ਕਰਾਂਗੇ। ਜੇ ਬਾਈਕਾਟ ਕਰ ਦਿੱਤਾ ਤੇ ਆਟੋਮੈਟਿਕ ਹੀ ਮੇਰੇ ਖਿਆਲ ਕੋਈ 35-40 ਵੋਟਾਂ ਘੱਟ ਜਾਣੀਆਂ ਉਹਦੇ ਕੋਲ। ਜਿਹੜੀਆਂ ਰਾਜ ਸਭਾ ਮੈਂਬਰ ਦੀਆਂ ਵੋਟਾਂ ਹੈਗੀਆਂ ਤੇ ਕੁਛ ਉਹਦੇ ਕੋਲ ਲੋਕ ਸਭਾ ਦੇ ਵਿੱਚ ਵੋਟਾਂ ਹੈਗੀਆਂ। ਦੇਖੋ ਸਿਆਸਤ ਕਿੱਥੇ ਕੰਮ ਕਰਦੀ ਹੈ। ਇੱਕ ਪਾਸੇ ਧਨਖੜ ਨੇ ਬੀਬੀ ਨੂੰ ਜੀਣ ਨਹੀਂ ਦਿੱਤਾ, ਦੂਜੇ ਪਾਸੇ ਇੱਕ ਪਾਰਟੀ ਦੇ ਇਕੱਠੇ ਹੋਏ ਸਮਝੌਤਾ ਕਰ ਲਿਆ ਵੀ ਤੁਸੀਂ ਮੇਰਾ ਖਿਆਲ ਰੱਖੋ, ਮੈਂ ਤੁਹਾਡਾ ਖਿਆਲ ਰੱਖੂੰਗਾ, ਤੇ ਉਹਨੇ ਕਹਿਤਾ ਸੀ ਬਾਈਕਾਟ ਕਰ। ਦੂਸਰੀ ਚੀਜ਼, ਇੱਕ ਪਾਸੇ ਬੀਬੀ TMC ਵਾਲੀ ਜਿਹੜੀ ਮਮਤਾ ਬੈਨਰਜੀ ਆ, ਉਹਦਾ ਸਾਬਕਾ ਮੰਤਰੀ, ਉਸਨੇ ਮੰਤਰੀ ਸੀ ਜਿਹੜਾ ਇਸ ਵੇਲੇ ED ਦੀ ਹਿਰਾਸਤ ਦੇ ਵਿੱਚ। ਉਹਦੇ ਭਤੀਜੇ ਨੂੰ ਫੜਨ ਦੀ ਆਸ ਹੈ, ਫੜ ਲੈਣ ਅਭਿਸ਼ੇਕ ਬੈਨਰਜੀ ਨੂੰ। ਇਸ ਸਮੇਂ ਦੇ ਵਿੱਚ ਇੱਕ ਦਿਨ ਪਹਿਲਾਂ ਉਪ ਰਾਸ਼ਟਰਪਤੀ ਚੋਣ ਤੋਂ ਬੀਬੀ ਆ ਕੇ ਮੋਦੀ ਸਾਹਿਬ ਨੂੰ ਮਿਲਦੀ। ਹਾਂ, ਉਹ ਉੱਥੇ ਆ ਰਿਹਾ ਸੀ। ਮੈਂ ਕਿ ਗੁਲਦਸਤਾ ਵੀ ਲੈ ਕੇ ਆਏ ਨੇ। ਠੀਕ ਹੈ ਨਾ ਜੀ, ਮੋਦੀ ਸਾਹਿਬ ਨੂੰ ਮਿਲਦੀ ਹੈ। ਇਹਦੇ ਵਿੱਚ ਕਈ ਪ੍ਰਕਾਰ ਦੀਆਂ ਕਿਆਸ ਅੜਾਈਆਂ ਲਾਈਆਂ ਜਾ ਰਹੀਆਂ ਨੇ ਵੀ ਸ਼ਾਇਦ ਧਨਖੜ ਨੇ ਸਮਝਾਤਾ ਬੀਬੀ ਤੂੰ ਇੱਥੇ ਮੁੱਦਿਆਂ ਲਈ ਜਾ, ਸਾਨੂੰ ਸੈਂਟਰ ਤੇ ਮੁੱਦਿਆਂ ਲੈਣ ਦੇ, ਕਿਉਂ ਤੂੰ ਸਾਡੇ ਵਿੱਚ ਢਿੱਡ ਲੈਣੀ। ਇਸ ਗੱਲ ਦੇ ਉੱਤੇ ਸ਼ਾਇਦ ਸਮਝੌਤਾ ਹੋ ਜਾਏ। ਹਾਲੀ ਕਿ ਬੀਬੀ ਨੇ ਤਰਕ ਦਿੱਤਾ ਵੀ ਸਾਡਾ 27,000 ਕਰੋੜ ਰੁਪਈਆ GST ਦਾ ਬਕਾਇਆ ਵਾ, ਸੀ ਉਹਦੇ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ। ਬਸ ਮੈਂ ਬੀਬੀ ਬਾਰੇ ਕਈ ਵਾਰੀ ਕਿਹਾ ਪੱਟੀ ਸਾਹਿਬ, ਉਹ ਗੱਲ 'ਚ ਅੰਗੂਠਾ ਦੇ ਕੇ ਲੈ ਕੇ ਜਾਂਦੀ ਰਹੀ ਹੈ, ਚਾਹੇ ਉਹ ਕਾਂਗਰਸ ਦੀ ਪ੍ਰਧਾਨ ਮੰਤਰੀ ਸੀਗੀ ਤੇ ਚਾਹੇ ਕੋਈ ਹੋਰ ਸੀ।
ਡਾਕਟਰ ਮਨਮੋਹਨ ਸਿੰਘ ਜੀ ਉਹ ਆਪਣਾ ਕਰ ਜਾਂਦੀ ਆ ਆਪਣੇ ਸੂਬੇ ਵਾਸਤੇ। ਉੱਥੇ ਜਾ ਕੇ ਘਪਲੇ ਹੁੰਦੇ ਆ, ਘਟਾਲੇ ਹੁੰਦੇ ਆ। ਦੈਟਸ ਅ ਡਿਫਰੈਂਟ ਸਟੋਰੀ। ਭਾਰਤ 'ਚ ਕਿਹੜੇ ਸੂਬੇ 'ਚ ਘਟਾਲੇ ਨਹੀਂ ਹੋਏ ਜਾਂ ਦੁਨੀਆ 'ਚ ਕਿੱਥੇ ਘਟਾਲੇ ਨਹੀਂ ਹੁੰਦੇ, ਪਰ ਉਹ ਲੈ ਜਾਂਦੇ। ਅਗਲੀ ਗੱਲ ਵੀ ਕਰ ਲੈਣਾ, ਬੀਬੀ ਨੇ ਬਕਾਇਦਾ ਤੌਰ ਤੇ ਵਿਰੋਧੀ ਧਿਰ ਦੀ ਆਗੂ ਬਣ ਕੇ ਪ੍ਰਾਈਮ ਮਿਨਿਸਟਰ ਬਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਪੱਛਮੀ ਬੰਗਾਲ 'ਚ ਬਹੁਤ ਕੰਮ ਕੀਤਾ। ਸਭ ਤੋਂ ਪਹਿਲਾਂ ਇਹ ਬੰਬੇ ਗਈ, ਜਾ ਕੇ ਕਹਿੰਦੀ ਮੈਂ ਉਦੋਂ ਠਾਕਰੇ ਨੂੰ ਮਿਲਣਾ ਤੇ ਐਨਸੀਪੀ ਵਾਲੇ ਨੂੰ ਸ਼ਰਦ ਪਵਾਰ ਨੂੰ ਮਿਲਣਾ। ਤੇ ਸ਼ਰਦ ਪਵਾਰ ਨੇ ਕੋਲ ਬਾ ਕੇ ਬੀਬੀ ਨੂੰ ਬੜੇ ਠਰਮੇ ਨਾਲ ਗੱਲ ਸਮਝਾਤੀ ਵੀ ਅੱਜ ਦੀ ਡੇਟ ਦੇ ਵਿੱਚ ਹੀ ਕਾਂਗਰਸ ਪਾਰਟੀ ਜਿਹੜੀ ਆ ਉਹਦਾ ਬਦਲ ਨਹੀਂ ਬਣ ਸਕਦੀ। ਉਹਦੇ ਕੋਲ 10-12 ਕਰੋੜ ਵੋਟਰ ਹੈਗੇ ਨੇ ਆਪਣੇ ਏਰੀਆ ਦੇ ਵਿੱਚ। ਉਹਦੇ ਕੋਲ 2-3 ਸਰਕਾਰ ਹੈਗੀ ਉਹਦੀ ਆਪਣੀ, 2-3 ਸਟੇਟਾਂ ਦੇ ਵਿੱਚ। 2-3 ਸਟੇਟਾਂ 'ਚ ਉਹਦੀ ਆਪਣੀ ਪੋਜੀਸ਼ਨ ਸਰਕਾਰ ਹੈਗੀ ਹੈ। ਤੇਰੇ ਕੋਲ ਕੀ ਹੈ? ਸਿਰਫ ਪੱਛਮੀ ਬੰਗਾਲ, ਹੋਰ ਤਾਂ ਕੁਝ ਨਹੀਂ ਹੈਗਾ ਨਾ। ਉਦੋਂ ਠਾਕਰੇ ਨੇ ਇਸੇ ਕਰਕੇ ਮਿਲ ਤੋਂ ਇਨਕਾਰ ਕਰਤਾ ਵੀ ਮੇਰੀ ਸਿਹਤ ਠੀਕ ਨਹੀਂ, ਮੈਂ ਨਹੀਂ ਮਿਲਣਾ। ਤਾਮਿਲਨਾਡੂ 'ਚ ਗਈ, ਉਹ DMK ਵਾਲੇ ਨੇ ਕਹਿ ਦਿੱਤਾ ਵੀ ਭਾਈ ਬੀਬੀ ਏਦਾਂ ਨਹੀਂ ਗੱਲ ਬਣਦੀ, ਕਾਂਗਰਸ ਨੂੰ ਪਾਸੇ ਲੱਗ ਕੇ ਤੂੰ ਕਾਮਯਾਬ ਨਹੀਂ ਹੋ ਸਕਦੀ। ਜਿਹੜੀ ਬੀਬੀ ਜਿਹੜੀ ਜਦੋਂ ਆਉਂਦੀ ਸੀ ਸੋਨੀਆ ਗਾਂਧੀ ਨੂੰ ਮਿਲ ਕੇ ਜਾਂਦੀ ਸੀ ਦਿੱਲੀ ਦੇ ਵਿੱਚ, ਤੇ ਇਹ ਸਿਰਫ ਆਪ ਚਾਹੁੰਦੀ ਸੀ ਵੀ ਮੇਰੀ ਕਮਾਨ ਥਲੇ ਸਾਰੇ ਇਕੱਠੇ ਹੋ ਜਾਣ। ਉਹ ਨਹੀਂ ਹੋਏ ਤੇ ਬੀਬੀ ਫਰਸਟ੍ਰੇਟ ਹੋ ਗਈ। ਹੁਣ ਬੀਬੀ ਐਸੇ ਦਿੱਲੀ ਦੇ ਵਿੱਚ ਨੇ। ਕੱਲ ਨੂੰ ਬਕਾਇਦਾ ਤੌਰ ਤੇ ਨੀਤੀ ਆਯੋਗ ਦੀ ਉਹਦੀ ਮੀਟਿੰਗ ਆ, ਉਹਦੇ ਵਿੱਚ ਸਾਰੇ ਮੁੱਖ ਮੰਤਰੀ ਜਾਣਗੇ। ਸਾਡੇ ਮੁੱਖ ਮੰਤਰੀ ਪਹੁੰਚ ਗਏ ਉੱਥੇ ਦਿੱਲੀ ਦੇ ਵਿੱਚ, ਭਗਵੰਤ ਮਾਨ ਦਿੱਲੀ ਪਹੁੰਚ ਗਏ ਨੇ। ਉਹਨਾਂ ਨੂੰ ਤਾਂ ਚਾਹੀਦਾ ਜਿੱਦਾਂ ਬਾਬਾ ਬਾਦਲ ਲੈ ਗਿਆ ਹੈਗਾ ਚੰਡੀਗੜ੍ਹ ਸ਼੍ਰੋਮਣੀ ਆਪਣੇ ਅਕਾਲੀ ਦਲ ਦਾ ਆਫਿਸ ਆ ਨਾ, ਇਹਨਾਂ ਨੂੰ ਤਾਂ ਚਾਹੀਦਾ ਉੱਥੇ ਰੱਖ ਲੈਣ, ਮਿੰਨੀ ਉੱਥੇ ਬਣਾ ਲੈਣ। ਨਾਲੇ ਚੱਲਦੀ ਆ ਰਾਜਧਾਨੀ ਐਕਸਪ੍ਰੈਸ, ਉਹ ਦੂਜੀ ਵੀ ਐਕਸਪ੍ਰੈਸ ਚੱਲਦੀ ਸ਼ਤਾਬਦੀ। ਹਾਂਜੀ, ਸੀਟਾਂ ਰਾਖਵੀਆਂ, ਟੇਬਲ ਟੂਬਲ ਲੱਗੇ ਆ ਆਪਣੇ ਰਾਜਧਾਨੀ ਐਕਸਪ੍ਰੈਸ ਤੇ, ਟੇਬਲ ਟੂਬਲ ਲੱਗੇ ਆ। ਤਾਸ਼ ਤੂਸ਼ ਖੇਡਦੇ ਮੈਂ ਵੇਖਿਆ ਵਪਾਰੀ ਸੱਜੇ ਨੰਬਰ ਸੁਣੋ ਚੜ੍ਹਦੇ ਉੱਥੇ ਉਤਰਦੇ ਆ। ਇਹ ਵੀ ਰੱਖ ਲੈਣ, 2-4 ਡੱਬੇ ਇਹਨਾਂ ਦੀ ਬੁੱਕ ਹੋਣਗੇ। ਇਹਨਾਂ ਨੂੰ ਛੋਟਾ ਜਿਹਾ ਆਫਿਸ ਭਗਵੰਤ ਮਾਨ ਨੂੰ ਐਵੇਂ ਖੇਚਲ ਕਰਦਾ ਜਹਾਜ਼ ਦੇ ਉੱਤੇ, ਐਵੇਂ ਕਿਸੇ ਵੇਲੇ ਕੋਈ ਮਤਲਬ ਕੋਈ ਰਾਜ ਕੋਈ ਹਨਾ ਅਭੀ ਨਵੀ 100 ਹੋ ਜਾਂਦੀ ਹੈ। ਸ਼ਤਾਬਦੀ ਠੀਕ ਹੈ, ਨਾਲੇ ਸੇਫ ਆ। ਉੱਥੇ ਇੱਕ ਆਫਿਸ ਬਣਾ ਛੱਡਣ, ਉੱਥੇ ਰਹਿਣ। ਇੱਕ ਛੋਟਾ ਜਿਹਾ ਮਿੰਨੀ ਆਫਿਸ ਉਹਦੇ ਬਣਾ ਲੈਣਾ ਚਾਹੀਦਾ ਇਹਨਾਂ ਨੂੰ। ਚਲੋ ਨਹੀਂ ਅੱਗੇ ਹੈਗਾ ਜੀ ਮਿੰਨੀ ਆਫਿਸ ਤੇ ਬੜੇ ਅੱਗੇ ਉੱਥੇ। ਹਾਂ, ਜਦੋਂ ਵੀ ਕਿਸੇ ਅਫਸਰ ਨੇ ਕੋਈ ਡਾਇਰੈਕਸ਼ਨ ਲੈਣੀ ਹੁੰਦੀ ਹੈ ਤੇ ਉਹਦੀਆਂ ਗੱਡੀਆਂ ਜਿਹੜੀਆਂ ਵਾ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਨਹੀਂ, ਉਹ ਦਿੱਲੀ ਨੂੰ ਭੇਜਦੀਆਂ ਨੇ। ਹਾਂ ਹਾਂ ਹਾਂ, ਜਦੋਂ ਵੀ ਕੋਈ ਪਾਲਿਸੀ ਬਣਨੀ ਹੁੰਦੀ ਆ ਉਹ ਅਫਸਰ ਜਿਹੜੇ ਦਿੱਲੀ ਨੂੰ ਭੇਜਦੇ ਨੇ ਜੀ। ਈਵਨ ਇੱਥੋਂ ਤੱਕ ਕਿ ਸਾਰੇ ਮਿਨਿਸਟਰ ਵੀ ਵਾਰੀ ਜਾ ਕੇ ਕੇਜਰੀਵਾਲ ਦੇ ਪੈਰੀ ਹੱਥ ਲਾਏ, ਉਹਨੇ ਇੱਕ ਚਿੰਤਾ ਦਾ ਤਕੜੇ ਹੋ ਜਾ ਪਕੜਦਾ ਭਾਈ। ਉਹ ਤੋਂ ਪਰਵਾਹ ਨਹੀਂ ਕਰਦੇ ਭਗਵੰਤ ਮਾਨ ਦੀ। ਭਗਵੰਤ ਮਾਨ ਕੋਈ ਬਿਆਨ ਦਿੰਦਾ ਵਾ ਤੇ ਮੰਤਰੀ ਦਾ ਬਿਆਨ ਕੋਈ ਹੁੰਦਾ। ਅੱਛਾ, ਕਾਲ ਲੈ ਲਈਏ ਕਿ ਤੁਹਾਡੀ ਗੱਲ ਪੂਰੀ ਹੋ ਗਈ ਭੱਟੀ ਸਾਹਿਬ? ਨਹੀਂ ਕਾਲ ਲਓ, ਤੁਸੀਂ ਕਾਲ ਲਓ, ਨਾਲ ਗੱਲ ਕਰਾਂਗੇ। ਕਾਲ ਤੇ ਫਿਰ ਆਪਾਂ ਨੂੰ ਲੱਗਦਾ 0340 ਵਾਲੇ ਨੇ। ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ ਚਾਵਲ ਸਾਹਿਬ, ਭੱਟੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। 340 ਬੜਾ ਯਾਦ ਰੱਖਿਆ ਜੀ। ਇਹ ਸਾਡਾ ਨਾ ਸਿਸਟਮ ਕਦੀ ਕਦੀ ਸ਼ੋਅ ਕਰਦਾ। ਅੱਛਾ, ਜਦੋਂ ਤੁਸੀਂ ਬਲੌਕ ਕਰਕੇ ਕਰਦੇ ਉਦੋਂ ਵੀ ਆਪਾਂ ਕਹਿ ਦਿੰਦੇ ਹਾਂ। ਜਦੋਂ ਤੁਹਾਡਾ ਅਨਨੋਨ ਆਉਂਦਾ ਉਦੋਂ ਵੀ ਕਹਿ ਦਿੰਦੇ ਆਪਾਂ। ਹਾਂ ਉਧਰ ਵੀ ਕਹਿ ਦਿੰਦੇ। ਠੀਕ ਹੈ, ਤੁਸੀਂ ਬੜੀ ਪਹਿਚਾਣ ਰੱਖੀ। ਚਲੋ ਮੇਰਾ ਖੁਸ਼ਬੂ ਨਾਲ ਆ ਜਾਂਦੀ ਹੈ। ਹਾਂ ਠੀਕ ਠੀਕ। ਨਾਲੇ ਤੁਹਾਡੇ ਖੁੰਘਾਰੇ ਵੀ ਬੜੇ ਜ਼ਬਰਦਸਤ ਮਸ਼ਹੂਰ ਹੋ ਗਏ ਹੋ। ਹਾਂਜੀ, ਕੀ ਸਵਾਲ ਹੈ? ਥੈਂਕ ਯੂ ਜੀ। ਸਵਾਲ ਬੜਾ ਸਿੱਧਾ ਜਿਹਾ। ਦੇਖੋ ਜੀ ਭੱਟੀ ਸਾਹਿਬ, GST ਦਾ ਸਰਾਵਾਂ ਦੇ ਲਾਉਣ ਦਾ 3 ਦਿਨ ਬੜਾ ਰੌਲਾ ਪੈਂਦਾ ਰਿਹਾ। ਬੀਜੇਪੀ ਦੇ 2-3 ਇੱਕ ਪੰਜਾਬ ਦੇ ਜਿਹੜੇ ਸਰਮੌਰ ਨੇ, ਇਹਨਾਂ ਦੇ ਪਤਾ ਨਹੀਂ ਉਹਨੇ ਬਣਨਾ ਕਿ ਨਹੀਂ ਕੁਛ। ਕੋਈ ਇੱਕ ਨਵੇਂ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਦਿੱਲੀ ਦੇ ਇੱਧਰ ਆਏ ਸੀ, ਇਹਨਾਂ ਸਟੇਟਮੈਂਟ ਪੜ੍ਹੋ ਤੇ ਜਿਹੜਾ ਅੱਜ ਬਿਆਨ ਦਿੱਤਾ ਉਹਨਾਂ ਨੇ, ਇਸ ਬਿਆਨ ਅੱਜ ਬਿਆਨ ਉਹਨਾਂ ਨੇ ਦਿੱਤਾ ਵੀ ਅਸੀਂ ਮਤਲਬ ਆ ਬੰਦ ਕਰਦਾ। ਤੁਸੀਂ ਇਹਦੇ ਬਾਰੇ ਟਿੱਪਣੀ ਕਰੋ ਕਿ ਐਕਚੁਅਲੀ ਇਹਦੇ ਵਿੱਚ ਕੀ ਸਾਜ਼ਿਸ਼ ਸੀ, ਕੀ ਹੈ ਜੀ। ਦੇਖੋ
ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਤੇ ਦੁਬਾਰਾ ਗੱਲ ਕਰੀਏ, ਬੜਾ ਸਵਾਦ ਜਿਹਾ ਨਹੀਂ ਹੁੰਦਾ। ਪਹਿਲਾਂ ਵੀ ਗੱਲ ਕੀਤੀ ਆ ਕਿ ਲੰਗਰ ਦੇ ਉੱਤੇ ਜਿਵੇਂ GST ਲੱਗਾ ਸੀ, ਸਾਰਾ ਰੌਲਾ ਪਾਇਆ ਸੀ ਕਿ ਇਹ ਨਹੀਂ ਲੱਗਣਾ ਚਾਹੀਦਾ, ਕਿਉਂ ਕਈ ਮੰਦਰਾਂ ਤੇ GST ਨਹੀਂ ਹੈਗਾ। ਉਦੋਂ ਅਕਾਲੀ ਸਰਕਾਰ ਸੀ ਸਾਡੀ, ਅਕਾਲੀ ਦੀ ਦੇ ਭਾਈਵਾਲ ਸੀ, ਇਹ ਮੰਨ ਗਏ, ਉਹਨਾਂ ਕਹਿ ਤੁਹਾਨੂੰ ਵਾਪਸ ਕਰ ਦੇਂਗੇ। ਚਲੋ ਠੀਕ ਹੈ ਜੀ, ਇਹ ਮੰਨ ਗਏ। ਤੇ ਜਦੋਂ ਉਹਨਾਂ ਵਾਪਸ ਕੀਤਾ 2-3 ਕਰੋੜ ਰੁਪਇਆ ਤੇ ਇਹ ਬੜੇ ਖੁਸ਼ ਹੋਏ ਤੇ ਆਪਾਂ ਇੱਕ ਸ਼ੰਕਾ ਜ਼ਾਹਰ ਕੀਤੀ ਸੀ, ਅੱਜ ਫਿਰ ਕਰਦੇ ਸ਼ੰਕਾ ਜ਼ਾਹਰ ਇਹ ਕੀਤੀ ਸੀ ਵੀ ਇਹ ਥੋੜੇ ਜਿਹੇ ਕਈ ਸ਼ਰਾਰਤੀ ਕਿਸਮ ਦੇ ਬੰਦੇ ਹੁੰਦੇ ਆ, 100 ਸਾਲ ਬਾਅਦ ਕਹਿਣਗੇ ਵੀ ਸਾਡੀ ਸਰਕਾਰ ਸੈਂਟਰ 'ਚ ਹੁੰਦੀ ਸੀਗੀ ਤੇ ਉਦੋਂ ਕੇਂਦਰ ਸਰਕਾਰ ਦੀ ਸਹਾਇਤਾ ਦੇ ਨਾਲ ਗੁਰੂ ਰਾਮਦਾਸ ਦਾ ਲੰਗਰ ਚੱਲਦਾ ਸੀ। ਵਾਹ। ਪਰ ਮੈਂ ਉਹਦੇ ਇੱਕ ਐਗਜ਼ਾਮਪਲ ਦੇਣ ਲੱਗਾ, ਜਿਹੜੀ ਟੂਰਿਸਟ ਡੈਰੀ ਹੈ ਜੀ, ਟੂਰਿਸਟ ਡੈਰੀ ਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਵੀ ਜਿਹੜਾ ਦੁਰਗਿਆਨਾ ਮੰਦਿਰ ਉਹ 500 ਸਾਲ ਪੁਰਾਣਾ ਤੇ ਜਿਹੜਾ ਹਰਿਮੰਦਰ ਸਾਹਿਬ ਉਹ 400 ਸਾਲ ਪੁਰਾਣਾ। ਦੱਸੋ ਅਜੇ ਤੱਕ ਇਸ ਦਾ ਨਹੀਂ ਕਰ ਸਕੇ। ਇੱਥੋਂ ਹੀ ਨਜ਼ਰ ਲਾ ਲਓ, ਜਹੇਦਾਰ ਸੁਖਦੇਵ ਸਿੰਘ ਭੌਰ ਤੇ ਮੈਂ ਬੈਠੇ ਸੀ, ਮੈਂ ਪੜ੍ਹਦਾ ਜੋ ਟੂਰਿਸਟ ਮੇਰੀ ਗੱਲ ਕਹੀ ਤੇ ਮੈਂ ਉਹਨਾਂ ਨੂੰ ਵਿਖਾਇਆ, ਮੈਂ ਕਿਹਾ ਇਹ ਕੀ ਹੈ। ਉਹਨਾਂ SGPC ਦੇ ਅਧਿਕਾਰੀਆਂ ਨੂੰ ਕਿਹਾ ਭਾਈ ਇਹ ਚਿੱਠੀ ਲਿਖ ਕੇ ਤੇ ਠੀਕ ਕਰਾਓ। ਅੱਜ ਤੱਕ ਉਹ ਠੀਕ ਨਹੀਂ ਹੋਇਆ, ਨਾ ਕਿਸੇ ਕਰੋੜਾ, ਨਾ ਕਿਸੇ ਨੂੰ ਜਾਣਕਾਰੀ, ਨਾ ਕਿਸੇ ਕੋਲ ਦਿੱਤੀ। ਇਸ ਕਰਕੇ ਜੇ ਉਹ ਇਹ ਕਰ ਸਕਦੇ ਤੇ ਫਿਰ ਆਹ ਕਿਉਂ ਨਹੀਂ ਕਸੀ ਆਪਾਂ ਗੱਲ ਕਰਦੇ। ਜਿਹੜੀ ਗੱਲ ਤੁਸੀਂ ਕੀਤੀ ਹੈ GST ਦੀ, ਉਹ ਤੁਹਾਨੂੰ ਛੇੜ ਕੇ ਵੇਖਦੇ ਵੀ ਤੁਸੀਂ ਸੁੱਤੇ ਹੋ ਜਾਗਦੇ ਹੋ। ਤੇ ਪੱਟੀ ਸਾਹਿਬ ਇੱਥੇ ਆਪ ਵੀ ਫਸਦੇ ਆ, ਕੱਲ ਨੂੰ ਉਹ ਇਹ ਤੇ ਨਹੀਂ ਕਹਿ ਸਕਦੇ ਕਿ ਵਿਸ਼ਨੂੰ ਮੰਦਿਰ ਆ। ਫਿਰ ਸਭ ਕੁਝ ਕਰ ਸਕਦੇ ਜੀ। ਨਹੀਂ, ਮੈਂ ਸਿਰ ਗੱਲ ਕਰਦਾ ਜੇ ਉਦੋਂ ਕੋਈ ਜਾਗਦੀ ਸਿਰ ਵਾਲਾ ਜਿੰਦਾ ਹੋਇਆ, ਜਿੱਦਾਂ ਤੁਸੀਂ ਜਾਗਦੀ ਸਿਰ ਵਾਲੇ ਹੋ, ਹਾਂਜੀ, ਤੁਸੀਂ ਕੱਢ ਕੇ ਲਿਆਉਂਦੇ ਹੋ ਤੇ ਆ ਸਾਡੇ ਧੂਤਿਆਂ ਨੂੰ ਤੁਸੀਂ ਦੱਸਿਆ ਵਾ ਤੇ ਅਜੇ ਤੱਕ ਉੱਥੇ ਦਾ ਉੱਥੇ ਆ। ਤੇ ਅਗਲੇ ਸਾਡੇ ਤੇ ਕਹਿੰਦੇ ਅਸੀਂ ਇਤਿਹਾਸ ਨੂੰ ਚਲੋ ਤੁਰ ਗਿਆ, ਜਿਹਦੀ ਗੱਡੀ ਜਹਾਜ਼ ਤੋਂ ਵੀ ਜ਼ਿਆਦਾ ਤੇਲ ਪੀਂਦੀ ਸੀ, ਵੀ ਮੈਂ ਇਤਿਹਾਸ ਦੁਬਾਰਾ ਲਿਖਾਉਣਾ, ਹਨਾ, ਸੋਧਣਾ, ਉਹ ਸੋਧਦਾ ਤੁਰ ਗਿਆ। ਜੀ ਹੁਣ ਤੁਸੀਂ ਵੇਖੋ, ਜਿਹੜੀ ਸਾਰਾਗੜੀ ਸ਼ਰਾਬ ਆ ਉਹਦਾ ਕਿਰਾਇਆ 1100 ਰੁਪਏ, ਜਿਹੜੀ ਬਾਬਾ ਦੀਪ ਸਿੰਘ ਸ਼ਹੀਦੀ ਸ਼ਰਾਬ ਆ ਉੱਥੇ 500 ਰੁਪਏ, ਜਿਹੜੀ ਮਾਈ ਭਾਗੋ ਦਵਾਸ ਹੈ ਉੱਥੇ 300 ਰੁਪਏ। ਅੱਛਾ, ਹਾਸੇ ਵਾਲੀ ਗੱਲ ਹੈ ਕਿ ਸਰਾਵਾਂ ਜਿਹੜੀਆਂ ਤੁਸੀਂ ਬਣਾਈਆਂ ਨੇ ਨਾ, ਇਹ ਸੰਗਤਾਂ ਪਿੰਡਾਂ ਦੇ ਵਿੱਚੋਂ ਟਰਾਲੀਆਂ ਤੇ ਸੇਵਾ ਕਰਨ ਆਉਂਦੀਆਂ, ਆਪਣੇ ਹੱਥਾਂ ਦੇ ਨਾਲ ਇਹਨਾਂ ਨੂੰ, ਬਾਬਿਆਂ ਨੂੰ ਜਿਨ੍ਹਾਂ ਨੂੰ ਠੇਕੇ ਦਿੱਤੇ ਜਾਂਦੇ ਨੇ, ਹਾਂਜੀ, ਠੇਕੇ ਵੀ ਚੜ੍ਹਦੇ ਨੇ ਨਾ, ਇਹ ਸਰਾਵਾਂ ਉਹਨਾਂ ਨੇ ਬਣਾਈਆਂ ਨੇ, ਨਾ ਕਿ ਲੇਬਰ ਨੇ ਬਣਾਈਆਂ ਨੇ। ਲੇਬਰ ਨੂੰ ਪ੍ਰਤੀ ਡੇਲੀ ਪੈਸਾ ਨਹੀਂ ਮਿਲਿਆ। ਇਹ ਸਰਾਵਾਂ ਪਿੰਡਾਂ ਦੇ ਵਿੱਚੋਂ ਸੇਵਾਦਾਰਾਂ ਨੇ ਆ ਕੇ, ਪਿੰਡਾਂ ਵਾਸੀਆਂ ਨੇ, ਜਿਹੜੇ ਲਾਗੇ ਸੰਗਤਾਂ ਆਉਂਦੀਆਂ ਨੇ, ਉਹਨਾਂ ਨੇ ਇਹ ਸ਼ਰਧਾ ਵਸ ਹੋ ਕੇ ਬਣਾਈਆਂ ਨੇ। ਕਿਸੇ ਨੂੰ ਕੋਈ ਠੇਕੇਦਾਰ ਨੂੰ ਦਿਹਾੜੀ ਦਿੱਤੀ ਹੋਊਗੀ, ਮਿਸਤਰੀ ਨੂੰ ਦਿਹਾੜੀ ਦਿੱਤੀ ਹੋਊਗੀ, ਗੱਲ ਵੱਖਰੀ ਆ, ਪਰ ਬਾਕੀ ਦੀਆਂ ਸੰਗਤਾਂ ਤੁਸੀਂ ਦੇਖੋ ਆਪ ਹੀ ਸੇਵਾ ਕਰਦੀਆਂ ਨੇ ਉੱਥੇ। ਤੇ ਇਹ ਉਹਨਾਂ ਸੰਗਤਾਂ ਦੇ ਵਿੱਚੋਂ ਉਹਨਾਂ ਦੇ ਕਿਸੇ ਨੇ ਆਉਣਾ ਹੋਵੇ ਤੇ ਉੱਥੇ 500 ਰੁਪਏ ਦੀ ਪਰਚੀ ਕਟਾਉਣੀ ਪੈਂਦੀ ਹੈ ਰਹਿਣ ਵਾਸਤੇ। NRI ਜਿਹੜੀ ਤੁਸੀਂ ਉਦੋਂ ਜ਼ਿਕਰ ਕੀਤਾ ਸੀਗਾ ਪੱਟੀ ਸਾਹਿਬ, ਕਾਸ਼ ਸਾਡੇ ਕੋਲ ਡਿਜੀਟਲ ਯੁੱਗ ਉਸ ਵਕਤ ਹੁੰਦਾ ਤੇ ਉਹ ਜਿਹੜੇ ਸੱਜਣ ਪਹਿਲੀ ਵਾਰੀ ਰੰਗਲਾ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੱਖ ਰੁਪਈਆ ਇਕੱਠਾ ਹੋਇਆ ਸੀ, ਉਸ ਵਕਤ ਬੜਾ ਜ਼ਮਾਨਾ ਸੀ। ਇੱਕ ਬੀਬੀ ਨੇ ਸਾਰੇ ਪੱਖਿਆਂ ਦੀ ਸੇਵਾ ਲੈ ਲਈ ਸੀ, ਇੱਕ ਪਰਿਵਾਰ ਨੇ ਸਾਰੇ ਕੰਬਲਾਂ ਦੀ ਸੇਵਾ ਲੈ ਲਈ ਸੀ, ਇੱਕ ਪਰਿਵਾਰ ਨੇ ਸਾਰੇ ਜਿੰਨੀ ਵੀ ਬਾਕੀ ਕਹਿੰਦੇ ਸੀ ਤੁਸੀਂ ਦੱਸੋ ਸਹੀ ਕੀ ਲੈਣਾ ਆ, ਹਨਾ, ਸੇਵਾ ਕੀ ਚਾਹੀਦੀ ਸਾਨੂੰ। ਮੇਰੇ ਖਿਆਲ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਮੈਂ ਜੇ ਕੈਲਕੂਲੇਟ ਕਰਾਂ ਤੇ ਉਹ ਕਰੋੜਾਂ ਰੁਪਏ ਇਕੱਠੇ ਹੋਏ ਸੀ। ਪਰ ਮੈਂ ਇੱਕ ਸ਼ਰਤ ਤੇ ਪੈਸੇ ਇਕੱਠੇ ਸੀ ਪੱਟੀ ਸਾਹਿਬ, ਉਹਨਾਂ ਨੂੰ ਪ੍ਰਬੰਧਕ ਘਰੇ ਜੀਂਦੇ ਹੋਣਗੇ ਤੁਹਾਨੂੰ ਪੁੱਛ ਲਿਓ ਕਿ ਰੰਗਲਾ ਪੰਜਾਬ ਦੇ ਵਿੱਚ ਇਹ ਗੱਲ ਕਹੀ ਸੀ, ਮੇਰਾ ਨਾਂ ਨਾ ਲਿਖਿਓ ਕਿਤੇ, ਪਰ ਲਿਖਾਉਣ ਵਾਲੇ ਨੇ ਨਾਲ ਲਿਖਾਏ ਹੋਏ ਥੱਲੇ, ਉੱਥੇ ਜੋ ਤੁਸੀਂ ਖਲੋਵੋਗੇ ਨਾ ਕਾਊਂਟਰ ਤੇ ਥੱਲੇ ਲਿਖੀ ਹੋਈ ਹੈ ਸੇਵਾ ਕਰਾਈ, ਲਿਖੀ ਹੈ ਨਾ, ਪਰ ਰੰਗਲਾ ਪੰਜਾਬ ਨੇ ਲਿਖਾਈ। ਪਰ ਮੈਂ ਇੱਥੋਂ ਬੋਲਦਾ ਤੇ ਇੱਥੇ ਸਾਡੇ ਸਰੋਤਿਆਂ ਨੂੰ ਵੀ ਪਤਾ ਕਿ ਮੈਂ ਕਿਹਾ ਸੀ ਪੈਸੇ ਸੰਗਤਾਂ ਦੇ, ਸਾਡਾ ਨਾਂ ਰੰਗਲਾ ਪੰਜਾਬ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਣੇ ਵੱਲੋਂ ਜੋ ਦੇ ਰਹੇ ਹਾਂ ਸੇਵਾ ਦੀ ਖਾਤੇ ਦੇ ਰਹੇ ਹਾਂ ਤੇ ਥੱਲੇ ਨਾਂ ਲਿਖੇ ਹੋਏ ਨੇ। ਇੱਕ ਹਿੰਦੂ ਪ੍ਰਚਾਰਕ ਆਪਣੇ ਬੰਦਿਆਂ 'ਚ ਬੈਠਾ, ਉਹ ਪ੍ਰਚਾਰ ਕਰ ਰਿਹਾ ਹਿੰਦੂ ਧਰਮ ਦਾ।
ਕੀ ਕਿਹਾ, ਸਿੱਖਾਂ ਕੋਲੋਂ ਸਿੱਖੋ। ਗੁਰੂ ਰਾਮਦਾਸ ਦੇ ਲੰਗਰ ਦੇ ਟਰੱਕਾਂ ਦੇ ਟਰੱਕ ਉਹਨੇ ਕਿਸੇ ਨਹੀਂ ਪਤਾ ਕਿਹਨੇ ਭੇਜਿਆ। ਟਰੱਕ ਉਹਨੇ ਸੇਵਾ ਜੀ ਕੀ, ਇਹ 'ਚ ਦਾਲ ਆ ਜੀ, ਇਹ 'ਚ ਆਟਾ ਹੈ ਜੀ, ਇਹ 'ਚ ਚੌਲ ਆ ਜੀ, ਕਿਸੇ ਨੂੰ ਨਹੀਂ ਪਤਾ ਕਿਹਨੇ ਭੇਜਿਆ। ਗੁੰਮਨਾਮ ਸਿੱਖਾ ਹੁੰਦੀ ਆ। ਮੈਂ ਨਹੀਂ ਕਿਹਾ, ਉਹ ਕਹਿ ਰਿਹਾ, ਕਹਿੰਦਾ ਸਾਡੇ ਇੱਥੇ ਉਹਦਾ ਮੇਰ ਮੈਂ ਦੇਣਾ 500 ਰੁਪਇਆ, ਮੇਰਾ ਨਾਮ ਵੀ ਲਿਖ ਦਿਓ, ਮੇਰੇ ਪਿਓ ਦਾ ਲਿਖ ਦਿਓ, ਦਾਦੇ ਦਾ ਲਿਖ ਦਿਓ, ਪੜਦਾਦੇ ਲਿਖ ਦਿਓ, ਮੇਰੇ ਮੁੰਡੇ ਦਾ ਵੀ ਲਿਖ ਦਿਓ, ਮੇਰੇ ਪੋਤੇ ਦਾ ਵੀ ਲਿਖ ਦਿਓ, ਮੇਰੇ ਗਾਂ ਪੋਤੇ ਹੋਣ ਦਾ ਵੀ ਲਿਖ ਦਿਓ ਨਾ। ਮਤਲਬ ਉਹਨੇ ਇਹ ਗੱਲ ਕੀ, ਮੈਂ ਨਹੀਂ ਕੀਤਾ। ਸਾਡੇ ਜਿਹੜੀ ਆ ਸੇਵਾ ਨਾ ਗੁੰਮਨਾਮ ਸੇਵਾ ਜਿਹੜੀ ਸਿੱਖਾਂ ਦੇ ਵਿੱਚ, ਉਹ ਆ ਜਿਹੜੀ ਸਾਹਮਣੇ ਸੇਵਾ ਉਹ ਜਾਦੀ ਜੀ। ਆਪਣੇ ਕੋਲ ਕਾਲਰ ਚੰਗੀ ਗੱਲ ਆ ਜਿਹੜੀ ਕਿਲਾ ਕਰ ਲਓ, ਉੱਥੇ ਗੱਲ ਕਰ ਨਹੀਂ ਕਰ ਲਓ ਤੁਸੀਂ ਗੱਲ ਪੂਰੀ ਆਪਣੀ। ਹੁਣ ਜਿਹੜੀ ਗੱਲ ਕਰਦੇ ਆਪਾਂ ਜੀ ਸਰਾਵਾਂ ਦੀ, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਕਸਟਮਸ ਜਿਹਨੂੰ ਸਲਿਪ ਕਹਿੰਦੇ ਆ, ਉਹਨਾਂ ਨੇ ਕੱਲ ਬਿਆਨ ਦੇ ਦਿੱਤਾ ਕਿ ਸਰਾਵਾਂ ਦੇ ਉੱਤੇ ਅਸੀਂ ਟੈਕਸ ਨਹੀਂ ਲਗਾ ਸਕਦੇ। ਕਿਉਂ ਨਹੀਂ ਲਗਾ ਸਕਦੇ? ਕਿਉਂਕਿ ਉਹ ਕਹਿੰਦੇ ਜਿਹਦਾ ਵੀ ਕਿਰਾਇਆ 1000 ਰੁਪਏ ਤੋਂ ਥੱਲੇ ਕਮਰੇ ਦਾ, ਉਹ ਕਿਸੇ ਹੋਟਲ ਤੇ ਵੀ ਇਹ ਟੈਕਸ ਨਹੀਂ ਲੱਗੇ। ਇਹਨਾਂ ਜਿਹੜਾ ਸਰਾਵਾਂ ਦਾ ਉਹ ਕਿਰਾਇਆ 1000 ਰੁਪਏ ਤੋਂ ਥੱਲੇ। ਸਵਾਲ ਇਹ ਪੈਦਾ ਹੁੰਦਾ ਕਿ ਸਾਰਾ ਗੜੀ ਸਰਾਂ ਬਾਹਰ ਤੋਂ ਰੱਖਿਆ ਗਿਆ, ਉੱਥੇ 1100 ਰੁਪਏ ਕਿਰਾਇਆ। ਹੁਣ ਰੌਲਾ ਪੈ ਗਿਆ। ਰਾਘਵ ਚੱਡੇ ਨੇ ਡਟ ਕੇ ਮੁੱਦਾ ਉਠਾਇਆ, ਜਾ ਕੇ ਸੀਤਾਰਮਨ ਨੂੰ ਮੰਗ ਪੱਤਰ ਵੀ ਦੇ ਕੇ ਆਇਆ। ਉਹਨੇ ਆਪਣੀ ਗੱਲ ਵੀ ਕੀਤੀ ਤੇ ਨਾਲ ਜਿਹੜੇ ਕੋ ਸਾਡੇ ਸਾਨੀ ਸਾਹਿਬ ਹੈਗੇ ਨੇ, ਬਿਕਰਮ ਸਾਨੀ, ਉਹਨਾਂ ਵੀ ਮੁੱਦਾ ਉਠਾਇਆ। ਹੁਣ ਭਾਵੇਂ ਉਹ ਪਹਿਲਾਂ ਹੀ ਮਾਫ ਕਰ ਦਿੱਤਾ ਗਿਆ, ਲੇਕਿਨ ਬਿਕਰਮ ਸਾਨੀ ਉਹ ਕਹਿ ਲੈਂਦੇ ਕ੍ਰੈਡਿਟ ਲਾ ਲੈਣ, ਮੈਂ ਮੁੱਦਾ ਉਠਾਇਆ ਜੀ, ਫਿਰ ਕੀ ਹੋਇਆ, ਚੰਗੀ ਗੱਲ ਆ। ਲੇਕਿਨ ਉਹਨਾਂ ਨੇ ਕਹਿਤਾ ਵੀ ਕਿਸੇ ਵੀ ਥਾਂ ਤੇ ਕੋਈ ਨਹੀਂ ਤੋਂ ਲੱਗੇਗਾ, ਟੈਕਸ ਲੱਗੇਗਾ। ਮੈਂ ਤਾਂ ਪਹਿਲਾਂ ਕਹਿਤਾ ਕਿ ਇਹ ਸਿਰਫ ਟੈਸਟਿੰਗ ਸੀਗੀ, ਟੈਸਟ ਕੀਤਾ, ਸਾਨੂੰ ਸੁੱਤੇ ਹੋ ਕੇ ਜਾਗਦੇ ਤੁਸੀਂ, ਬਾਕੀ ਕੋਈ ਗੱਲ ਨਹੀਂ। ਨਾ ਉਹਦਾ ਟੈਕਸ ਲਾਉਣਾ ਸੀ ਤੇ ਨਾ ਲੱਗਣਾ ਸੀ ਜੀ। ਹਾਂ, ਬੀਬੀ ਦੀ ਗੱਲ ਕਰਦੇ ਸੀ, ਬੀਬੀ ਮਮਤਾ ਦੀ। ਜੀ ਹੁਣ ਬੀਬੀ ਮਮਤਾ ਬਾਰੇ ਵੇਖਣਾ ਵਾ, ਆਪ ਸਾਬਕਾ ਮੰਤਰੀ ਈਡੀ ਦੀ ਹਿਰਾਸਤ ਦੇ ਵਿੱਚ ਹੈ, ਬੜਾ ਵੱਡਾ ਮਸਲਾ। ਗੁਲਦਸਤਾ ਵੀ ਸੋਹਣਾ ਲੈ ਕੇ ਗਏ ਨੇ ਜੀ। ਹੁਣ ਉਹਨੇ ਵੇਖਣਾ ਵਾ ਵੀ ਆਹ 2-3 ਦਿਨ ਦਿੱਲੀ ਰਹਿਣਾ ਵਾ, ਦਿੱਲੀ ਰਹਿ ਕੇ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਦੀ ਆ ਜਾਂ ਨਹੀਂ ਕਰਦੀ। ਜੇ ਉਹਨੇ ਮੁਲਾਕਾਤ ਕੀਤੀ ਤੇ ਫਿਰ ਕੋਈ ਹੋਰ ਚਾਲ ਹੋਊਗੀ, ਤੇ ਜੇ ਮੁਲਾਕਾਤ ਨਾ ਕੀਤੀ ਤੇ ਫਿਰ ਸਪਸ਼ਟ ਹੋ ਗਿਆ ਕਿ ਬੀਬੀ ਨੂੰ ਜੋ ਸਮਝਾਇਆ ਧਨਖੜ ਸਾਹਿਬ ਨੇ, ਬੀਬੀ ਜੀ ਤੁਸੀਂ ਮੁੱਝਾ ਲਓ, ਤੁਹਾਨੂੰ ਕੋਈ ਪੁੱਛਦਾ ਨਹੀਂ, ਸਾਨੂੰ ਮੁੱਝਾ ਲੈਣ ਦਿਓ, ਕਿਉਂ ਸਾਨੂੰ ਤੰਗ ਕਰਦੇ ਬਸ। ਤੇ ਸਾਬਕਾ ਮੰਤਰੀ ਵੀ ਜਿਹੜਾ ਵਾ ਉਹ ਈਡੀ ਦੀ ਹਿਰਾਸਤ ਦੇ ਵਿੱਚੋਂ, ਉਹ ਵੀ 2-4 ਦਿਨ ਜਿੱਦਣ ਕਿਤੇ ਸਮਝੌਤਾ ਆ ਗਿਆ, ਮੁੜ ਕੇ ਪੁੱਛਣਾ ਕਿਸੇ ਨੇ, ਤੁਹਾਨੂੰ ਪਤਾ ਨਹੀਂ ਯੂਪੀ ਦੇ ਵਿੱਚ ਇੱਕ ਇੱਕੋ ਨਾਂ ਦੇ ਬੰਦੇ ਤੇ ਇਹਨਾਂ ਆਪਣੇ ਰੇਡ ਕਰਤਾ ਸੀ, ਉਹਦੇ ਪੈਸੇ 200-300 ਕਰੋੜ ਫੜ ਲਿਆ ਸੀ, ਮੁੜ ਕੇ ਵਾਪਸ ਕਰਤੇ ਜੀ, ਇਹਦੀ ਵੱਟਤ ਹੈਗੀ ਆ, ਫਿਰ ਦੂਜੇ ਦਿਨ ਰੇਡ ਕੀਤਾ ਹੈ। ਅਗਲੀ ਕਾਲ ਲੈ ਲਓ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਆਓ ਜੀ, ਦੁਬਾਰਾ ਆ ਗਏ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਨੂੰ ਨਾ ਮੈਂ ਕੋਈ ਗੱਲ ਸੁਣੀ ਸੀ ਤੇ ਮੈਂ ਕਿਹਾ ਵੀ ਅੱਜ ਥੋੜਾ ਜਿਹਾ ਟਾਈਮ ਇਹਨਾਂ ਕੋਲ ਹੈਗਾ, ਡਿਟੇਲ ਚ ਇਹਨਾਂ ਨੂੰ ਪਤਾ ਹੋਣਾ ਜ਼ਰੂਰ। ਜਿਹੜੇ ਆਪਣੇ ਨਾਮਧਾਰੀ ਨੇ, ਇਹ ਵੀ ਮਤਲਬ ਰੌਲੇ ਦੇ ਵਿੱਚ ਕੜਕੀ ਚ ਫਸੇ ਨੇ। ਇੱਕ ਜਿਹੜਾ ਗੁਟਕੇ ਛਾਪੇ ਨੇ, ਤੁਹਾਨੂੰ ਪਤਾ ਹੈ ਨਾ, ਉਹਦਾ ਰੌਲਾ ਹੈ। ਹਾਂਜੀ ਹਾਂਜੀ। ਤੇ ਇੱਕ ਹੁਣ ਇਹਨਾਂ ਨੇ ਕਿਤਾਬ ਲਿਖੀ ਹੈ ਕੋਈ, ਉਹਦਾ ਲੇਖਕ ਹੈ ਅਮਰ ਭਾਰਤੀ, ਤੇ ਉਹਦਾ ਨਾਮ ਹੈ ਮੇਰਾ ਖਿਆਲ ਸਤਿਗੁਰ ਤਿਸਕਾ ਨਾਮ। ਉਹਦੇ ਵਿੱਚ ਨਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਹੈ ਵੀ ਉਹ ਵੈਸੇ 1708 ਚ ਪੈਦਾ ਹੋਏ ਸੀ ਨਾ। ਉਹਨਾਂ ਨੇ ਕਹਿੰਦੇ ਵੀ 1812 ਤੱਕ ਉਹ 104 ਸਾਲ ਮਤਲਬ ਕਿਸੇ ਹੋਰ ਭੇਸ਼ ਦੇ ਵਿੱਚ ਰਹੇ ਨੇ, ਤੇ ਉਸ ਤੋਂ ਬਾਅਦ ਸਾਡੇ ਗੁਰੂ ਨੂੰ ਆ ਕੇ ਉਹਨਾਂ ਨੇ ਕਹਿਤਾ ਵੀ ਤੁਸੀਂ ਦੇ ਤਾਰੇ ਗੁਰੂ ਬਣੇ, ਤੇ ਉਸ ਤੋਂ ਬਾਅਦ ਰਾਮ ਸਿੰਘ ਤੋਂ ਸ਼ੁਰੂ ਹੋ ਗਿਆ ਕੰਮ। ਇਹਦੇ ਬਾਰੇ ਤੁਹਾਨੂੰ ਪਤਾ, ਤੁਸੀਂ ਦੱਸੋ ਪਲੀਜ਼। ਇਹ ਵੇਖੋ ਜੀ, ਸਾਰੀ ਗੱਲ ਜਿਹੜੀ ਹੇਮਕੁੰਟ ਸਾਹਿਬ ਨਾਲ ਜੋੜ ਕੇ ਕੀਤੀ ਜਾ ਰਹੀ ਹੈ, ਠੀਕ ਹੈ ਨਾ। ਇਹਨਾਂ ਗੱਲਾਂ ਚ ਕੋਈ ਸੱਚਾਈ ਕੋਈ ਹੈ ਕੋਈ ਨਹੀਂ। ਬਲਦੇਵ ਸਿੰਘ MA SGPC ਮੈਂਬਰ ਹੁੰਦਾ ਸੀ ਤੇ ਉਹਨੇ ਵਿਦਾਰਤੀ ਸਾਹਿਬ ਨੂੰ ਕਹਿਤਾ ਸੀ ਵੀ ਤੁਸੀਂ ਬਿਲਕੁਲ ਹੇਮਕੁੰਟ ਸਾਹਿਬ ਨਾਲ ਜਾਇਓ। ਕਿ ਗੁਰੂ ਗੋਬਿੰਦ ਸਿੰਘ ਸਾਡਾ ਜੋ ਗੁਰੂ ਸੀਗਾ ਮੰਨਦੇ ਸੀ, ਪਿਛਲੇ ਜਨਮ ਚ ਕੀ ਸੀ ਸਾਨੂੰ ਨਹੀਂ ਪਤਾ ਇਸ ਗੱਲ ਦਾ ਕੋਈ। ਅਸੀਂ ਜਦੋਂ ਸਾਡੇ ਸਾਹਮਣੇ ਚੀਜ਼ ਦੀ ਗੱਲ ਕਰਨੀ ਹੈ ਤੇ ਵਾਕਿਆ ਵਿਦਾਰਤੀ ਸਾਹਿਬ ਨਹੀਂ ਸੀਗਾ, ਲੇਕਿਨ ਗਿਆਨੀ ਗੁਰਬਚਨ ਸਿੰਘ ਜਾ ਕੇ ਆਏ ਸੀ ਤੇ ਮੈਂ ਸਵਾਲ ਵੀ ਕੀਤਾ ਇਹਨਾਂ ਨੂੰ
ਉਹ ਕਹਿੰਦੇ ਕੀ ਆ ਜੇ ਉੱਥੇ ਗੁਰਦੁਆਰਾ ਵਾਲੇ ਮੱਥੇ ਟੇਕੇ ਫਿਰ ਕਿਹੜੀ ਆਖਰ ਆ ਗਈ। ਤੁਹਾਡੀ ਗੱਲ ਠੀਕ ਆ, ਸਾਡੇ ਭੰਬਲ ਭੂਸੇ ਪਾਉਣ ਵਾਲੇ ਬੜੇ ਲੋਕ ਬੈਠੇ ਆ, ਸ਼੍ਰੋਮਣੀ ਕਮੇਟੀ ਇਹਨਾਂ ਗੱਲਾਂ ਵਾਸਤੇ ਅਵੇਅਰ ਨਹੀਂ। ਅੱਜ ਬੀਬੀ ਕਹਿੰਦੇ ਵੀ ਅਮਰੀਕਾ ਦੀ ਬੀਬੀ ਨੇ ਆਪਣੇ ਜਿਹੜੀ ਸੀ ਪਿੱਠ ਦੇ ਉੱਤੇ ਲਿਖਵਾ ਲਿਆ, ਇੱਕ ਤੁਕ ਲਿਖਾ ਲਈ ਆ, ਤੇ ਇਹ ਮੰਦਭਾਗੀ ਆ ਜੀ, ਮਟਾਈ ਜਾਵੇ ਜੀ, ਉੱਤੇ ਐਕਸ਼ਨ ਲੈ ਰਹੇ ਨੇ। ਉਹ ਬੜਾ ਉਹ ਤੇ ਇੱਕ ਮੰਦਰਾ ਬੇਦੀ ਤੇ ਜਿਹੜਾ ਸੀ ਇੱਕ ਕੋਈ ਖੱਡਾ ਆਪਣਾ ਕਰਾਇਆ ਜਾਂ ਤੁਹਾਨੂੰ ਨਾ ਜ਼ਿਆਦਾ ਬੜਾ ਰੌਲਾ ਪਿਆ ਸੀ। ਪਰ ਸਵਾਲ ਇਹ ਪੈਦਾ ਹੁੰਦਾ ਵੀ ਤੁਸੀਂ ਉਹਨੂੰ ਤਾਂ ਕਹੀ ਜਾਂਦੇ ਹੋ, ਤੇ ਜਿਹੜੀ ਅਖਬਾਰਾਂ 'ਚ ਗੁਰਬਾਣੀ ਛਾਪੀ ਤੇ ਜਿੱਦਾਂ ਅਖਬਾਰਾਂ ਦੀ ਵਰਤੋਂ ਹੁੰਦੀ ਉਹ ਕਿੱਥੋਂ ਉਹਦੇ ਵਿੱਚ ਸੁੱਤੇ ਹੁੰਦੇ ਤੁਸੀਂ। ਅਸੀਂ ਇੱਕ ਹੱਕ 'ਚ ਨਹੀਂ ਪਹਿਲਾਂ ਲਿਖਿਆ, ਗਲਤ ਲਿਖਿਆ ਜੋ ਗਲਤ ਕੀਤਾ, ਲੇਕਿਨ ਅਖਬਾਰਾਂ ਦੇ ਵਿੱਚ ਜਿਹੜੀ ਤੁਕਾਂ ਛਪਦੀਆਂ, ਅਖਬਾਰਾਂ ਦੀ ਵਰਤੋਂ ਕਿੱਥੇ ਜਾ ਕੇ ਹੁੰਦੀ ਹੈ? ਕਿਉਂ ਨਹੀਂ ਬੰਦ ਕਰਦੇ ਫਿਰ ਤੁਸੀਂ ਉੱਥੇ? ਬਿਲਕੁਲ ਉਦੋਂ ਤਾਂ ਕੀ ਬੋਲਦਾ ਨਹੀਂਗਾ। ਪਰ ਸਭ ਬੜੇ ਹੋਰ ਮਸਲੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਸੁਸਰੀ ਵਾਂਗੂ ਸੌ ਜਾਂਦੇ ਆ, ਬਿਲਕੁਲ ਪਤਾ ਹੀ ਨਹੀਂ ਸਮਝਦਾ। ਸਾਨੂੰ ਸਿਰਫ ਉਹ ਸਾਨੂੰ ਨਾ ਸਾਡੇ ਪੜ੍ਹੇ ਲਿਖੇ ਨੇ ਤੁਹਾਡੇ ਵਿਧਾਨ ਜਿਹੜੇ ਧਾਮੀ ਸਾਹਿਬ, ਉਹ ਅੰਤਰਰਾਸ਼ਟਰੀ ਮੁੱਦਾ ਚੁੱਕਣਾ ਚਾਹੁੰਦੇ ਕਿ ਮੈਂ ਇੰਟਰਨੈਸ਼ਨਲ ਲੈਵਲ ਤੇ ਫੇਮਸ ਹੋਵਾਂ। ਉਸ ਲੜਕੀ ਨੇ ਤਾਂ ਛਾਪ ਲਿਆ, ਹੁਣ ਉਹਦਾ ਅੱਧ ਨੰਗਾ ਸਰੀਰ ਦਿਖਾ ਕੇ ਨਾਲ ਇਹਨਾਂ ਦੀ ਫੋਟੋ ਛਪੂਗੀ। ਵਾਟ ਡੂ ਯੂ ਥਿੰਕ ਕਿ ਅਸੀਂ ਜਾਣਦੇ ਨਹੀਂਗੇ? ਉਸ ਬੀਬੀ ਦੇ ਨਾਲ ਇਹਨਾਂ ਦੀ ਇੱਕ ਫੋਟੋ ਛਪਣੀ ਆ, ਉਹਦਾ ਪਿੱਠ ਦਿਖਾਉਣੀ ਆ, ਉਹਦਾ ਅੱਧ ਨੰਗਾ ਸਰੀਰ ਦਿਖਾਉਣਾ ਆ, ਐਡਿਟ ਕਰਨ ਵਾਲਿਆਂ ਨੇ ਨਾਲ ਇਹਨਾਂ ਦੀ ਫੋਟੋ ਲਾਉਣੀ ਆ। ਇਹ ਚਤਰਾਈਆਂ ਕਿਤੇ ਹੋਰ ਥਾਂ ਤੇ ਕਰੋ। ਪੱਟੀ ਸਾਹਿਬ ਨੇ ਮੈਨੂੰ ਕਿਹਾ ਤੁਹਾਨੂੰ ਧੂਤੇ ਨਾ ਕਹੀਏ, ਇਹ ਚਤਰਾਈਆਂ ਕਿਤੇ ਹੋਰ ਕਰੋ। ਅਸੀਂ ਵੀ ਇੱਥੇ ਗੰਦ ਬੜਾ ਬੋਲ ਸਕਦੇ, ਸਾਡੇ ਬੋਲਦੇ ਨੇ ਇੱਥੇ, ਮਤਲਬ ਉਹਨਾਂ ਨੂੰ ਲੋਕ ਸਨਮਾਨ ਕਰਦੇ ਨੇ, ਉਹਨਾਂ ਨੂੰ ਲੋਕ ਗੁਲਦਸਤੇ ਦਿੰਦੇ, ਉਹਨਾਂ ਨੂੰ ਲੱਗ ਜੱਫੀਆਂ ਪਾਉਂਦੇ, ਘਰਾਂ 'ਚ ਵੀ ਸਾਧਦੇ ਨੇ, ਤੇ ਗੰਦ ਉਹ ਇਹੋ ਜਿਹਾ ਬੋਲਦੇ ਨੇ ਕਿ ਤੁਸੀਂ ਸੁਣ ਨਹੀਂ ਸਕਦੇ। ਤੇ ਤੁਹਾਡੇ ਧੀਆਂ ਪੁੱਤ ਸਵਾਲ ਜੇ ਕਰ ਲੈਣ ਤੁਹਾਨੂੰ ਵੀ ਤੁਹਾਡਾ ਇਹ ਦੋਸਤ ਵਾ, ਤੁਹਾਡਾ ਕੋਈ ਮਿੱਤਰ ਹੈ, ਤੁਹਾਡਾ ਕੋਈ ਰਿਸ਼ਤਾ ਇਹਦੇ ਨਾਲ, ਤੇ ਫਿਰ ਅੱਖਾਂ ਨੀਵੀਆਂ ਵੀ ਹੋ ਜਾਂਦੀਆਂ। ਪਰ ਅਸੀਂ ਬੇਸ਼ਰਮੀ ਦੀ ਜ਼ਿੰਦਗੀ ਹੰਢਾ ਰਹੇ ਹਾਂ। ਅਸੀਂ ਉਹ ਜ਼ਿੰਦਗੀ ਹੰਢਾ ਰਹੇ ਹਾਂ ਜਿਹੜੀ ਮਤਲਬ ਪੁਰਾਣੇ ਸਮੇਂ ਦੇ ਵਿੱਚ ਸੁਣਦੇ ਸਾਂ ਨਾ ਕਿ ਮਤਲਬ ਡੋਲੇ ਵੀ ਤੋੜ ਦਿੰਦੇ ਸੀ ਨਾਲ, ਹਨਾ। ਅਸੀਂ ਉਹ ਪੜ੍ਹਿਆ ਸੀ, ਅਸੀਂ ਦੇਖ ਰਹੇ ਹਾਂ। ਇਹਨਾਂ ਨੂੰ ਆਲੇ ਦੁਆਲੇ ਦਿਖਾਈ ਨਹੀਂ ਦਿੰਦਾ ਉੱਥੇ ਪੱਟੀ ਸਾਹਿਬ ਜੋ ਕੁਝ ਹੋ ਰਿਹਾ, ਹਨਾ। ਇੱਕ ਗਾਤਰਾ ਪਹਿਨ ਕੇ ਤੇ ਇੱਕ ਕੁੜੀ ਦੇ ਨਾਲ ਡਾਂਸ ਕਰਦਾ ਦਿਖਾਈ ਨਹੀਂ ਦੇ ਰਿਹਾ ਇਹਨਾਂ ਨੂੰ ਵੀ ਉਹਨੇ ਖੰਡੇ ਬਾਟੇ ਦੀ ਪੌਲ ਜਿਹੜੀ ਛਕੀ, ਉਹ ਹਨਾ। ਸਾਡਾ ਸਮਾਜ ਕਿੰਨਾ ਗਰਕਿਆ ਆ ਕਿ ਉਹ ਤੁਸੀਂ ਜਿਹੜਾ ਕੋਈ ਸੰਘਾ ਹੈ, ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ, ਆਡੀਓ ਵਾਇਰਲ ਹੁੰਦੀ ਹੈ, ਤੇ ਲੋਕ ਉਹਨੂੰ ਚੀਫ ਗੈਸਟ ਦੇ ਤੌਰ ਤੇ ਸੱਦਣਾ ਸ਼ੁਰੂ ਕਰ ਦਿੰਦੇ ਆ। ਲਾਹਨਤ ਤੁਹਾਡੀ ਸੋਚ ਦੇ। ਕਿੱਥੇ ਉਹਦਾ ਬਾਈਕਾਟ ਕਰੋ, ਕਿੱਥੇ ਉਹਦਾ ਵਿਰੋਧ ਕਰੋ, ਤੇ ਕਿੱਥੇ ਉਹਨੂੰ ਘਰਾਂ ਦੇ ਵਿੱਚ ਸੱਦ ਕੇ ਉਹਦਾ ਸਨਮਾਨ ਕੀਤਾ ਜਾ ਰਿਹਾ। ਸੋਸ਼ਲ ਨੈਟਵਰਕ ਮੀਡੀਆ ਤੇ ਅੱਧ ਨੰਗਾ ਹੋ ਕੇ ਤੇ ਆਪਣੀਆਂ ਇੰਜੀਨੀਅਰ ਨੇ ਕਲੇਮ ਕਰਦੀਆਂ ਨੇ ਵੀ ਸਾਨੂੰ TRP ਮਿਲ ਜੇ, ਅਸੀਂ ਉਹਨਾਂ ਦੇ ਨਾਲ ਖੜਦੇ ਹਾਂ ਫੋਟੋਆਂ। ਉਹ ਲੋਕ ਕਹਿੰਦੇ ਕਿ ਇਹ ਯੂਟਿਊਬਰ ਹੈ, ਇਹਦੇ ਨਾਲ ਫੋਟੋ ਖਿਚਾ ਲਓ, ਧੀਆਂ ਨੂੰ ਵੀ ਨਾਲ ਖੜਾ ਕਰ ਦਿੰਦੇ ਆ। ਮੁੜ ਕੇ ਵਾਪਸ ਆ ਜਾਈਏ ਕਿ ਸਮਾਜ ਬੜਾ ਨਾ ਅਜੇ ਤੱਕ ਕਹਿੰਦੇ ਕਲਯੁੱਗ ਰਿੜਦਾ ਪਿਆ। ਤੇ ਮੈਂ ਕਹਿੰਦਾ ਜੇ ਇਹਨੇ ਇੱਕ ਪਲੰਘ ਪੱਟ ਲਈ ਤੇ ਫਿਰ ਕੀ ਹੋਊ? ਜੇ ਇਹ ਰਿੜਦਾ ਪਿਆ, ਜੇ ਪਲੰਘ ਪੁੱਟਣ ਵਾਲੇ ਪਾਸੇ ਨੂੰ ਹੋ ਗਿਆ, ਫਿਰ ਹੋ ਗਿਆ ਜੰਗਲ ਰਾਜ ਇੱਥੇ। ਬਿਲਕੁਲ ਜੀ, ਬਿਲਕੁਲ, ਹਨਾ। ਫਿਰ ਜੰਗਲ ਰਾਜ ਹੀ ਹੋ ਗਿਆ। ਫਿਰ ਉੱਥੋਂ ਹੀ ਆ ਗਏ ਵੱਡ ਵਡੇਰਿਆਂ ਵਾਲੇ ਪਾਸਿਓਂ, ਹਨਾ। ਬਾਂਦਰਾਂ ਵਾਲੀ ਜ਼ਿੰਦਗੀ ਜੀਣਗੇ, ਫਿਰ ਸਭ ਨੰਗੇ ਤੁਰੇ ਫਿਰਦੇ ਹੋ। ਉਸ ਬੀਬੀ ਨੇ ਛਪਵਾਇਆ, ਬੜੀ ਮਾੜੀ ਗੱਲ ਆ। ਸਾਡੇ ਕੋਲ ਫੋਟੋ ਹੈਗੀ ਆ, ਦਿਖਾ ਦਿੰਨੇ ਆ, ਫੋਟੋ ਦੇਖ ਲਓ। ਅਸੀਂ ਤਿਆਰੀ ਨਾਲ ਬੈਠੇ ਹੁੰਨੇ ਆ, ਪੂਰੀ ਤਿਆਰੀ, ਪੂਰੀ ਕੋਸ਼ਿਸ਼ ਹੀ ਮੇਰੀ ਸਾਰੀ ਦਿਹਾੜੀ 'ਚ ਲੰਘ ਜਾਂਦੀ ਹੈ। ਮੇਰੇ ਨਾਲ ਤੇ ਮੇਰੇ ਘਰ ਦੇ ਵੀ ਨਾਰਾਜ਼ ਹੁੰਦੇ, ਸਾਰੀ ਦਿਹਾੜੀ ਡੈਡੀਕੇਟ ਇੱਧਰ ਨੂੰ ਹੋ ਗਏ ਹੋ ਤੁਸੀਂ, ਹੋਰ ਵੀ ਕੋਈ ਲਾਈਫ ਹੈਗੀ ਹੈ। ਫੋਟੋ ਵੀ ਹੈ, ਪਰ ਜੇ ਐਡਿਟ ਕਰਕੇ ਨਾਲ ਫੋਟੋ, ਇਹ ਚਾਹੁੰਦੇ ਨੇ ਕਿ ਸਾਡੀ ਐਡਿਟ ਕਰਕੇ ਨਾਲ ਫੋਟੋ ਆ ਪਾ ਦਿਓ, ਸਾਨੂੰ ਪ੍ਰਸਿੱਧੀ ਮਿਲ ਜੇ ਵੀ ਆ ਇੱਕ ਅੱਧ ਨੰਗੀ ਕੁੜੀ ਆ, ਅੱਧ ਨੰਗੀ ਕੁੜੀ ਦੇ ਨਾਲ ਜਿਹੜੀ ਉਹਨੇ ਪਿੱਠ ਤੇ ਕੀ ਗੁਰਬਾਣੀ ਦੇ ਤੁਕਾਂ ਲਿਖਾਈਆਂ ਨੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਵਿਰੋਧ ਕਰ ਰਹੇ ਨੇ। ਦਿਖਾਈ ਕਾਕਾ ਜਿਹੜਾ
ਫੋਟੋ ਦਿਖਾਉਂਦੇ ਆ ਤੁਹਾਨੂੰ ਪਾਟਿਲ ਸਾਹਿਬ, ਸਾਡੇ ਕੋਲ ਹੈ ਫੋਟੋ ਵੀ ਹੈ, ਪਰ ਉਹਦੇ ਵਿੱਚ ਕੀ ਹੈ ਮੀਰ ਕਿ ਸਾਹਿਬ ਉਦੋਂ ਵਿਰੋਧ ਕਰਨ ਲੱਗੇ ਆ ਜੀ ਜਦੋਂ 4 ਦਿਨ ਲਗਾਤਾਰ ਇਹ ਫੋਟੋ ਜਿਹੜੀ ਸੋਸ਼ਲ ਮੀਡੀਆ ਤੇ ਆਉਂਦੀ ਰਹੀ। ਸਲਾਹਕਾਰ ਨੇ ਕਿਹਾ ਹੋਣਾ ਕਿ ਚੰਗਾ ਇਹਦੇ ਨਾਲ TRP ਬੜੀ ਮਿਲਣੀ ਆ ਆਪਾਂ। ਬਿਲਕੁਲ, ਫਿਰ ਉਹਨਾਂ ਨੇ ਆਪਣਾ ਬਿਆਨ ਦਿੱਤਾ ਤੇ ਵਿੱਚ 4 ਦਿਨ ਤਾਂ ਬੋਲੇ ਹੀ ਨਹੀਂ। ਨਹੀਂ ਤੇ ਸਾਡੇ ਜਹੇਦਾਰ ਸਾਹਿਬ ਕਿੱਥੇ ਗਏ? ਉਹ ਕੋ ਪਿੱਛੇ ਰਹਿ ਗਏ? ਉਹ ਤਾਂ ਇਹ 4 ਕਦਮ ਅੱਗੇ ਹੁੰਦੇ ਆ ਇਹੋ ਜਿਹੇ ਮਸਲਿਆਂ ਤੇ। ਤੁਹਾਨੂੰ ਉਹ ਕਿਤੇ ਯਾਤਰਾ ਤੇ ਗਏ ਨੇ ਪਾਟਿਲ ਸਾਹਿਬ? ਪਤਾ ਨਹੀਂ ਜੀ ਕਿੱਥੇ, ਮੇਰੀ ਤਾਂ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਹੁੰਦੀ, ਮੇਰੇ ਨਾਲ ਤਾਂ ਵਹਿ ਨਾਰਾਜ਼ ਰਹਿੰਦੇ ਚਲਾ ਖਿਆਲ ਨਹੀਂ ਰੱਖਦਾ। ਰੰਗਲਾ ਪੰਜਾਬ ਤੇ ਜ਼ਿਆਦਾ ਹੀ ਬੋਲ ਜਾਂਦੇ। ਹਾਂਜੀ ਹਾਂਜੀ। ਆ ਫੋਟੋ ਦੇਖੋ, ਬੀਬੀ ਨੇ ਕੀ ਲਿਖਿਆ, ਜੋ ਵੀ ਲਿਖਿਆ ਪਤਾ ਨਹੀਂ ਉਹਨੇ ਕਿਸ ਭਾਵਨਾ ਨਾਲ ਲਿਖਿਆ, ਕਿਉਂ ਲਿਖਿਆ, ਕੀ ਉਹਦੀ ਤਮੰਨਾ। ਇੱਕ ਨਾ ਇਹ ਵੀ ਜਿਹੜੀਆਂ ਜਿਨਸਾਂ ਨੇ ਨਾ, ਮੈਂ ਸੌਰੀ ਜਿਨਸੀ ਕਹੂੰਗਾ ਇਹਨੂੰ, ਹਨਾ, ਇਹ ਵੀ ਜਿਹੜੀਆਂ ਜਿਨਸਾਂ ਨੇ ਇਹ ਟੋ ਕੇ ਨਾ ਵੇਖਦੇ ਨੇ, ਹਨਾ, ਵੀ ਇਹ ਕੌਮ ਜਿੰਦੀ ਆ ਜਾਂ ਨਹੀਂ, ਹਨਾ। ਤੁਸੀਂ ਦੇਖ ਰਹੇ ਹੋ ਨਾ ਫੋਟੋ। ਹੁਣ ਇਹਦੇ ਹਨਾ ਉੱਥੋਂ ਥੋੜਾ ਜਿਹਾ ਕੱਟ ਕਰਕੇ ਬੀਬੀ ਦੀ ਬਾਂਹ ਇੱਧਰਲੀ ਕੱਟ ਕਰ ਦਿੱਤੀ ਜਾਵੇ ਤੇ ਨਾਲ ਧਾਮੀ ਸਾਹਿਬ ਦੀ ਫੋਟੋ ਲਾ ਦਿੱਤੀ ਜਾਵੇ ਵਿਚਕਾਏ, ਉਹ ਜਿੱਥੇ ਗਲਾਸ ਫੜਿਆ ਛੱਡ ਕੇ, ਹਨਾ, ਥੋੜੀ ਜੀ, ਤੇ ਕਿੰਨੀ TRP ਮਿਲਣੀ ਹੈ ਧਾਮੀ ਸਾਹਿਬ ਨੂੰ ਜਾਂ ਜਹੇਦਾਰ ਸਾਹਿਬ ਨੂੰ। ਪਰ ਕੀ ਸਵਾਲ ਇਹ ਪੈਦਾ ਹੁੰਦਾ ਕਿ ਕੀ ਤੁਸੀਂ ਇੱਥੇ ਇਸ ਗੱਲ ਦੀ ਮਾਫੀ ਮੰਗਵਾ ਕੇ ਬਾਅਦ ਚੁੱਪ ਕਰ ਜਾਓਗੇ ਜਾਂ ਅੱਗੇ ਵਧੋਗੇ? ਕਿਉਂ ਪਾਟਿਲ ਸਾਹਿਬ? ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਸਵਾਲ ਕਿਤੇ ਮੌਕਾ ਮਿਲੇ ਫੇਰ ਕਰੋ। ਵੀ ਤੁਸੀਂ ਇੱਕ ਗੱਲ ਕੀਤੀ ਹੁਣੇ ਹੀ ਕਿ ਦੁਰਗਿਆਨਾ ਮੰਦਿਰ ਕਦੋਂ ਹੋ ਚਾਹੁੰਦਾ? ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੁੰਦੀ ਹੈ, ਹਨਾ ਜੀ। ਉੱਥੋਂ ਉਹ ਮੂਰਤੀਆਂ ਚੁਕਾਈਆਂ ਜਾਂਦੀਆਂ ਤੇ ਮੂਰਤੀਆਂ ਚੁਕਾ ਕੇ ਜਗ੍ਹਾ ਦੇ ਦਿੱਤੀ ਜਾਂਦੀ ਹੈ ਤੇ ਦੁਰਗਿਆਨਾ ਮੰਦਿਰ ਸਤਿਕਾਰਯੋਗ ਜਗ੍ਹਾ ਬਣ ਜਾਂਦੀ, ਵੀ ਤੁਸੀਂ ਇੱਥੇ ਰੱਖ ਲਓ, ਵੀ ਇੱਥੋਂ ਦਾ ਅਕੀਦਾ ਵੱਖਰਾ ਹੈ, ਉੱਥੋਂ ਦਾ ਅਕੀਦਾ ਵੱਖਰਾ ਹੈ। ਜੋ ਤੁਸੀਂ ਇੱਥੇ ਕਰਦੇ ਹੋ ਗੁਰਬਾਣੀ ਦੇ ਅਨੁਕੂਲ ਨਹੀਂ ਆ। ਅਸੀਂ ਇੱਥੇ ਇੱਕ ਪਾਕ ਪਵਿੱਤਰ ਜਗ੍ਹਾ ਹੋਰ ਬਣਾਉਣੀ ਹੈ, ਤੁਸੀਂ ਪਾਕ ਪਵਿੱਤਰ ਜਗ੍ਹਾ ਇਸ ਅਕੀਦੇ ਮੁਤਾਬਕ ਉੱਥੇ ਬਣਾ ਲਓ, ਹਨਾ ਜੀ ਜੀ। ਤੇ 100 ਸਾਲ ਦਾ ਫਰਕ ਪਾ ਦਿੱਤਾ ਜਾਂਦਾ ਤੇ ਤੁਹਾਡੇ ਵਰਗੇ ਜਿਹੜੇ ਜਾਗਦੀ ਜ਼ਮੀਰ ਵਾਲੇ ਦੱਸਦੇ ਤੇ ਉੱਥੇ ਦਾ ਉੱਥੇ, ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਇੱਧਰ ਤਾਂ ਤੁਸੀਂ ਧਿਆਨ ਦਿੰਦੇ ਨਹੀਂ। ਤੇ ਆ ਜਿਹੜੇ ਕੰਮ ਨੇ ਇਹਦੇ ਵਾਸਤੇ ਤਾਂ ਤੁਹਾਡਾ ਲੀਗਲ ਸੈੱਲ ਬੈਠਾ ਹੋਇਆ, ਲੀਗਲ ਸੈੱਲ ਨੋਟਿਸ ਭੇਜੇ। ਜਿਹੜਾ ਕੰਮ ਕਰਨ ਵਾਲਾ ਉਹ ਤੇ ਕਰੋ। ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਤੁਹਾਨੂੰ ਕੋਸਣਾ ਤੁਹਾਡਾ ਪੁੱਤ ਪੋਤਾ ਦੋਤਾ ਦੋਤੀ, ਹਨਾ, ਉਹੀ ਕੋਸ ਦੇਣ ਕਿ ਸਾਡੇ ਦਾਦੇ ਜਿੱਦਾਂ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਦੇਣਾ ਪੈ ਰਿਹਾ ਨਾ ਜਵਾਬ, ਤੇ ਉਹ ਢੱਕ ਰਹੇ ਨੇ। ਮਜੀਠੀਆ ਪਰਿਵਾਰ ਨੂੰ ਦੇਣਾ ਪੈ ਰਿਹਾ ਨਾ ਜਵਾਬ, ਉਹ ਢੱਕ ਰਹੇ ਨੇ। ਬਿਲਕੁਲ ਇੱਥੇ ਹੀ ਆ ਨਾ, ਇਹ ਜ਼ਿੰਦਗੀ ਇੱਥੇ ਹੀ ਆ ਨਾ, ਮੁੜ ਕੇ ਇਹ ਤੋਂ ਕਿਉਂ ਨਹੀਂ ਸਿੱਖਿਆ ਲੈਂਦੇ? ਬਿਲਕੁਲ। ਅੱਛਾ, ਕਹਿੰਦੇ ਨੇ ਕਿ ਬੰਦਾ ਵਫਾਦਾਰ ਨਹੀਂ, ਕੁੱਤਾ ਵਫਾਦਾਰ ਹੈ। ਜੀ ਜੀ ਜੀ। ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ, ਕੁੱਤਿਓ ਰਲ ਕੇ ਭੌਂਕੋ। ਕੁੱਤਿਓ ਰਲ ਕੇ ਭੌਂਕੋ, ਘਰ ਨੂੰ ਕੋਈ ਸੰਨ ਨਾ ਲਾਵੇ। ਕੱਲ ਪਰਸੋਂ ਦੀ ਇੱਕ ਸਟੋਰੀ ਆ ਰਹੀ ਹੈ, ਕੁੱਤਾ ਵਫਾਦਾਰ ਹੈ। 200 ਫੁੱਟ ਡੂੰਘੀ ਖੱਡ ਵਿੱਚ ਡਿੱਗੇ ਮਾਲਕ ਦੀ 36 ਘੰਟੇ ਰਾਖੀ ਕੀਤੀ ਉਸ ਡੌਗੀ ਨੇ, ਉਸ ਵਫਾਦਾਰ ਜਾਨਵਰ ਨੇ। ਉਹ ਵਿਚਾਰਾ ਡਿੱਗ ਪਿਆ, ਉੱਠਿਆ ਨਹੀਂ ਗਿਆ। ਰਾਹਗੀਰਾਂ ਨੂੰ ਕਿਵੇਂ ਉਹਨੇ ਸੱਦਿਆ ਸੈਨਤਾਂ ਦੇ ਨਾਲ, ਕਦੀ ਉਹ ਭੱਜ ਕੇ ਇੱਧਰ ਜਾਂਦਾ ਸੀ, ਕਦੇ ਭੱਜ ਕੇ ਇੱਧਰ ਜਾਂਦਾ ਸੀ। ਰੱਬ ਹੈ, ਉਹ ਸਾਡੇ ਵਿੱਚ ਹੀ ਹੈ, ਸਾਡੇ ਰੂਪ 'ਚ ਹੀ ਆਉਂਦਾ ਕਿਤੇ ਨਾ ਕਿਤੇ, ਹਨਾ। ਬਿਲਕੁਲ। ਤੇ ਉਹ ਕਿੰਨੀ ਸੁਚੇਤ ਫੈਮਿਲੀ ਹੋਊਗੀ ਜਿਹੜੀ ਲੰਘ ਰਹੀ ਸੀ ਲੱਗ ਹੁੰਦੀ, ਉਹਨਾਂ ਵੇਖਿਆ ਕਿ ਕਦੀ ਇੱਧਰ ਭੱਜਦਾ ਕਦੀ ਉੱਧਰ ਭੱਜਦਾ, ਦੱਸ ਰਿਹਾ ਸਾਨੂੰ ਕੁਝ, ਹਨਾ। ਬੋਲ ਨਹੀਂ ਸਕਦਾ ਉਹ। ਇਹ ਕੁੱਤੇ ਜਿਨ੍ਹਾਂ ਨੇ ਪਾਲੇ ਨੇ, ਜਾਨਵਰ ਜਿਨ੍ਹਾਂ ਨੇ ਪਾਲੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਭੂਮਿਕਾ ਨਿਭਾਉਂਦੇ, ਕਿਵੇਂ ਵਫਾਦਾਰ ਨੇ। ਹਾਂ, ਤੁਸੀਂ ਡਾਂਟ ਵੀ ਦਿਓ ਫਿਰ ਵੀ ਆ ਕੇ ਤੁਹਾਨੂੰ ਪਿਆਰ ਕਰਨਗੇ। 200 ਫੁੱਟ ਡੂੰਘੀ ਖੱਡ ਵਿੱਚ ਡਿੱਗੇ ਮਾਲਕ ਦੀ 36 ਘੰਟੇ ਰਾਖੀ ਕੀਤੀ। ਔਰ ਇਹਦੇ ਨਾਲ ਕਈ ਹੋਰ ਵੀ ਸਟੋਰੀਆਂ ਪਾਟਿਲ ਸਾਹਿਬ ਆਉਂਦੀਆਂ ਨੇ। ਬਿਲਕੁਲ। ਬੰਦਾ ਤੁਰ ਜਾਂਦਾ, ਉਹਦੀ ਕਬਰ ਤੇ ਜਾਂਦੇ ਆ, ਉੱਥੇ ਬੈਠੇ ਰਹਿੰਦੇ ਆ, ਅਥਰੂ ਵਹਾਉਂਦੇ ਆ। ਕਈ ਕਹਿੰਦੇ ਇਹਨਾਂ ਦੇ ਅਥਰੂ ਨਿਕਲਦੇ ਨਹੀਂ ਗੇ, ਪਰ ਚਲੋ
ਉਹ ਆਪਣਾ ਫਰਜ਼ ਨਿਭਾ। ਕੁੱਤਾ ਵਾਕਿਆ ਹੀ ਵਫਾਦਾਰ ਹੁੰਦਾ, ਬੰਦੇ ਨਾਲੋਂ ਜ਼ਿਆਦਾ ਵਫਾਦਾਰ ਆ। ਅਸੀਂ ਤਾਂ ਆਪਣੇ ਧਰਮ ਪ੍ਰਤੀ ਵਫਾਦਾਰ ਨਹੀਂ, ਆਪਣੇ ਪਰਿਵਾਰ ਪ੍ਰਤੀ ਵਫਾਦਾਰ ਨਹੀਂ। ਜੇ ਕੋਈ ਵਫਾਦਾਰੀ ਨਿਭਾਉਂਦਾ ਗਾਂ ਵਫਾਦਾਰੀ ਭਾਲਦਾ ਗਾਂ ਵਫਾਦਾਰ ਹੁੰਦੇ ਹੀ ਨਹੀਂ। ਕੀ ਕਹਿਣਾ ਚਾਹੋਗੇ? ਫਿਰ ਅਸੀਂ ਕਹਿੰਦੇ ਕੁੱਤਿਆਂ ਵਰਗੇ ਕੰਮ ਕਰਦਾ। ਮੈਂ ਕਹਿੰਦਾ ਉਹ ਜਿਹੜਾ ਕੁੱਤਿਆਂ ਵਾਲਾ ਕੰਮ ਕਰਦਾ, ਉਹ ਕੁੱਤਿਆਂ ਨੂੰ ਕੰਮ ਕਰਦਾ, ਉਹ ਚੰਗਾ ਵਫਾਦਾਰ ਹੋਊਗਾ। ਉਹ ਗਾਲ ਨਹੀਂ ਗਿਆ, ਉਹਨੂੰ ਚੰਗੇ ਤਰੀਕੇ ਨਾਲ ਲੈ ਲੈਣਾ ਚਾਹੀਦਾ। ਕਿਉਂ ਬਈ? ਬਿਲਕੁਲ ਜੀ। ਕੀ ਕਹਿਣਾ ਚਾਹੋਗੇ? ਦੇਖੋ, ਕੁੱਤੇ ਦੀ ਇੱਕ ਆਪਣੀ ਖਾਸੀਅਤ, ਆਪਣੇ ਮਾਲਕ ਦੀ ਰਾਖੀ ਦੀ ਵਾਸਤੇ ਭਾਵੇਂ ਅਗਲੇ ਪਾਸੇ ਕੁੱਤਾ ਤਕੜਾ ਵੀ ਹੋਵੇ ਨਾ, ਤਾਂ ਵੀ ਉਹ ਪਿੱਛੇ ਨਹੀਂ ਹਟਦਾ। ਜਿੰਨੀ ਜੋਗਾ ਉਹਦੀ ਰੱਖਿਆ ਕਰਦਾ। ਇਹ ਲੰਡਨ ਦੀ ਗੱਲ ਆ। ਮਾਰਟਿਨ ਕਲਾਰਕ ਨਾਲ ਦਾ ਵਿਅਕਤੀ ਹੈ, 76 ਸਾਲ, ਇਹ ਖਾੜੀ ਡਿੱਗ ਪੈਂਦਾ ਦੋਸਤੋ। ਇਹ ਕੁੱਤੀ ਹੈ ਛੋਟੀ ਜਿਹੀ, ਦੇਖੋ ਇਹ ਉਹਦੀ ਰਾਖੀ ਕਰਦੀ ਹੈ, ਉੱਥੇ ਘੁੰਮਦੀ ਹੈ, ਕਦੀ ਤਾਂ ਆਉਂਦੀ ਕਦੀ ਠਾਹ ਜਾਂਦੀ ਹੈ, ਤੇ ਉਹ ਫਿਰ ਲੋਕਾਂ ਨੂੰ ਦੱਸਦੀ ਹੈ ਵੀ ਇੱਥੇ ਕੁਛ ਹੈਗਾ, ਤੁਸੀਂ ਇੱਧਰ ਆਓ। ਭੌਂ ਕੇ ਜਿਹੜੇ ਪਰਿਵਾਰ ਦੀ ਤੁਸੀਂ ਗੱਲ ਕੀਤੀ, ਵਾਕਈ ਉਹ ਪਰਿਵਾਰ ਕਹਿੰਦਾ ਵੀ ਇਹ ਜਾਨਵਰ ਆਪਾਂ ਨੂੰ ਕੁਛ ਕਹਿ ਰਿਹਾ। ਉਹਦੇ ਨਾਲ ਤੁਰ ਪੈਂਦੇ, ਜਾ ਕੇ ਵਹਿੰਦੇ, ਤੇ ਜਿਹੜਾ ਉਹ ਬਜ਼ੁਰਗ ਸੀ ਉਹ 36 ਘੰਟੇ ਉੱਥੇ ਪਿਆ ਹੁੰਦਾ। ਬਜ਼ੁਰਗ 76 ਸਾਲ ਦਾ ਬਜ਼ੁਰਗ ਚੁੱਕਾ ਕਿੱਥੋਂ ਸੀ ਵਿਚਾਰੇ ਨੂੰ। ਕੁੱਤੇ ਦੀ ਬਦੌਲਤ ਉਹਦੀ ਜ਼ਿੰਦਗੀ ਬਚਣ ਵੀ ਉਸ ਕੁੱਤੀ ਨੇ ਉਹਦੀ ਇੰਨੀ ਰੱਖਿਆ ਕੀਤੀ। ਹੋ ਸਕਦਾ ਕਿ ਉਹਦੀ ਹੋਰ ਵੀ ਮਦਦ ਕੀਤੀ ਬਾਰੇ ਤੇ ਕੋਈ ਜਾਣਕਾਰੀ ਜਿਹੜੇ ਹੈ ਨਹੀਂ, ਲੇਕਿਨ ਇੰਨੀ ਰੱਖਿਆ ਕੀਤੀ ਕਿ ਉਹਦੀ ਜਾ ਕੇ ਕੋਲ ਬੈਠੀ ਰਹੀ ਪਹਿਲਾਂ ਤੇ ਇਹ ਹੁਣ ਉੱਠਦਾ। ਜਦੋਂ ਵੇਖਿਆ ਨਹੀਂ ਉੱਠਿਆ ਤੇ ਫਿਰ ਲੋਕਾਂ ਕੋਲ ਲਾਗੇ, ਲੋਕਾਂ ਕੋਲ ਵੇਖੀ ਇੱਥੇ ਆਓ ਤੈਨੂੰ ਹਵਾ ਕਿੱਥੇ ਹੋ ਰਿਹਾ। ਅੱਛਾ, ਉਹ ਫਿਰ ਲੋਕਾਂ ਨੇ ਚੁੱਕ ਕੇ ਉਹਨੂੰ ਜਿਹੜੀ ਐਂਬੂਲੈਂਸ ਬਣਾਈ, ਐਂਬੂਲੈਂਸ ਮੰਗਾ ਕੇ ਉਹਨੂੰ ਹਸਪਤਾਲ ਭੇਜਿਆ। ਕਹਿੰਦੇ ਆਪ ਵੀ ਥੋੜੀ ਬਹੁਤੀ ਉਹ ਬਿਮਾਰ ਹੋ ਗਈ ਹੈ ਨਾ। ਹਾਂ, ਆਪ ਬਿਮਾਰ ਹੋ ਠੰਡ ਵੀ ਸੀ, ਆਪ ਬਿਮਾਰ ਹੋ ਗਈ। ਇੰਨੇ ਘੰਟੇ ਉਹਨੂੰ ਖੁਰਾਕ ਹੀ ਨਹੀਂ ਮਿਲੀ, ਇਹ ਵੀ ਦੇਖੋ ਨਾ। ਬਿਲਕੁਲ 36 ਘੰਟੇ ਅਸੀਂ ਐਵੇਂ ਗੱਲ ਕਰਨੀ, ਬੰਦਾ ਤੇ ਚਲੋ ਡਿੱਗ ਪਿਆ, ਬੇਹੋਸ਼ ਹੋ ਗਿਆ, ਉਹਨੂੰ ਸਾਹ ਆਉਂਦੇ ਸੀ, ਉਹ ਕੌਮਾ ਚਲ ਗਿਆ, ਵਾਟ ਐਵਰ ਜੋ ਸੀ, ਹਨਾ। ਪਰ ਉਹ 36 ਘੰਟੇ ਜਾਨਵਰ ਜਾਗਦਾ ਰਿਹਾ, ਦਿਨ ਰਾਤ ਸੁੱਤਾ ਹੋਊਗਾ ਕਿ ਨਹੀਂ ਸੁੱਤਾ ਹੋਊਗਾ ਇਹ ਗੱਲ ਵੱਖਰੀ ਹੈ, ਰੱਬ ਜਾਣਦਾ, ਹਨਾ। ਜੀ ਉਹਨੇ 36 ਘੰਟੇ ਉਹਦੀ ਰਖਵਾਲੀ ਕੀਤੀ ਤੇ ਉਹ ਫਿਰ ਵੀ ਆਪਣੇ ਮਾਲਕ ਦੀ ਪ੍ਰਤੀ ਵਫਾਦਾਰੀ ਨਿਭਾਤੀ। ਆ ਸਾਡੇ ਨਿਊਯਾਰਕ ਦੇ ਵਿੱਚ ਨਾਂ ਤੇ ਬੜਾ ਪਿਆਰਾ ਰੱਖਿਆ ਹੋਣਾ, ਨਾਂ ਬਹੁਤ ਸੋਹਣਾ ਰੱਖਿਆ ਉਸ ਬੰਦੇ ਦਾ, ਹਨਾ, ਜਿਹਨੇ ਆਪਣੀ ਧਰਮ ਪਤਨੀ ਨੂੰ ਸੁਸਾਈਡ ਕਰਨ ਲਈ ਮਜਬੂਰ ਕੀਤਾ। ਤੁਸੀਂ ਸੁਣੀ ਹੋਣੀ ਖਬਰ? ਹਨ ਜੀ, ਥੋੜੀ ਇੱਥੇ ਨਾਂ ਮੇਰੇ ਕੋਲ ਖਬਰ ਪਈ ਹੈ ਸਾਰੀ। ਮੈਂ ਅੱਛਾ, ਰਣਜੋਤ ਸਿੰਘ, ਰਣਜੋਤ ਵੇਖੋ ਨਾਂ, ਮਾਂ ਪਿਓ ਨੇ ਰਣਜੋਤ, ਹਾਂਜੀ, ਵੀਰ ਬਹਾਦਰ, ਰਣਜੋਤ ਵੀਰ, ਰਣਜੋਤ ਰਣ ਜਿੱਤਣ ਵਾਲਾ, ਵੀਰ ਬਹਾਦਰ, ਹਾਂਜੀ, ਸਿੰਘ ਨਾਲ ਉੱਤੇ ਸੰਧੂ। ਕਤਲ ਇਹ ਕਿਉਂ ਹੋਇਆ? ਕਤਲ ਕਵਾਂਗੇ ਇਹਨੂੰ ਹੁਣ ਆਪਾਂ, ਮਰਡਰ ਕਵਾਂਗੇ, ਕਿਉਂਕਿ ਵੀਡੀਓ ਹੋਰ ਆ ਰਹੀ ਹੈ ਕਿਸ ਤਰੀਕੇ ਨਾਲ ਉਹਨੂੰ ਟਾਰਚਰ ਕੀਤਾ ਜਾ ਰਿਹਾ, ਕਿਸ ਤਰੀਕੇ ਨਾਲ ਕੁੱਟਿਆ ਉਹਨੂੰ, ਕਿਸ ਤਰੀਕੇ ਨਾਲ ਮਾਰਿਆ ਉਹਨੂੰ। ਕਸੂਰ ਕੀ ਹੈ? ਇਹ ਤੇਰੇ ਕੁੜੀਆਂ ਪੈਦਾ ਹੁੰਦੀਆਂ, ਠੀਕ ਹੈ। ਲਾਹਨਤਾ ਤੇਰੀ ਸੋਚ ਦੇ, ਤੇਰੇ ਹੋਰ ਕਿਸੇ ਨਹੀਂ, ਤੇਰੀ ਸੋਚ ਦੇ। ਜੇ ਤੇਰਾ ਕੋਈ ਦੂਰ ਦਰੇਡੋ ਵੀ ਸੁਣਦਾ, ਲਾਹਨਤ ਸੋਚ ਦੇ। ਕੁੜੀ ਪੈਦਾ ਕਰਨਾ ਉਹ ਤੇਰੀ ਧਰਮ ਪਤਨੀ ਦੇ ਹੱਥ ਵਸਿਆ। ਤੇਰੀ ਮਾਂ ਵੀ ਤਾਂ ਇੱਕ ਕੁੜੀ ਸੀ, ਤੇਰੀ ਭੈਣ ਵੀ ਤਾਂ ਇੱਕ ਕੁੜੀ ਸੀ। ਜਿਹਨੇ ਤੈਨੂੰ ਇਸ ਸੰਸਾਰ ਤੇ ਲਿਆਂਦਾ ਉਹਦੀ ਮਾਂ ਵੀ ਤਾਂ ਇੱਕ ਕੁੜੀ ਸੀ। ਕਿੰਨੇ ਹੀ ਗਿਰਕ ਚੁੱਕੇ ਆ, ਕਿੱਦਾਂ ਉਹਨੂੰ ਕੁੜੀ ਨੂੰ ਟੌਰਚਰ ਕੀਤਾ, ਕਿੱਦਾਂ ਮਾਰ ਰਿਹਾ, ਵੀਡੀਓ ਵੇਖੀ ਆ। ਮੈਂ ਤਾਂ ਬੇਨਤੀ ਕਰਾਂਗਾ ਜਿੱਥੋਂ ਤੱਕ ਸਾਡੀ ਵੀਡੀਓ ਜਾ ਰਹੀ ਹੈ ਭੈਣਾਂ ਨੂੰ, ਜੇ ਕਿਤੇ ਇਹੋ ਜਿਹਾ ਬੁੱਚੜ ਹੋਰ ਵੀ ਹੈ ਜ਼ਿੰਦਗੀ ਤੇ, ਘਰ 'ਚ ਭਾਂਡੇ ਖੜਕਦੇ ਨੇ, ਤੂੰ ਮੈਂ ਹੁੰਦੀ, ਆਰਗੂਮੈਂਟ ਤੱਕ ਜ਼ਿੰਦਗੀ ਚੱਲਦੀ ਆ। ਇਹੋ ਜਿਹਾ ਟੌਰਚਰ ਕਿਤੇ ਵੀ ਹੋ ਰਿਹਾ। ਜੇ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਸਹਿ ਰਹੀਆਂ ਹੋ ਜਿੱਥੇ ਤੁਹਾਡੀ ਆਵਾਜ਼ ਨੂੰ ਸੁਣਿਆ ਜਾਂਦਾ, ਤੁਹਾਡੀ ਇੱਕ 911 ਕਾਲ ਜਿਹੜੀ ਹੈ ਉਹ ਤੁਹਾਨੂੰ ਇਨਸਾਫ ਦਵਾ ਸਕਦੀ ਹੈ, ਤੁਹਾਡੇ ਨਾਲ ਖੜ ਸਕਦੀ ਹੈ, ਤੇ ਕਿਉਂ ਨਹੀਂ? ਚਲੋ ਮਾੜਾ ਮੋਟਾ ਘਰ ਦੇ ਵਿੱਚ ਰੋਸਾ, ਸ਼ਿਕਵਾ, ਸ਼ਿਕਾਇਤ ਚੱਲਦੀ ਹੈ, ਉਹ ਟੋਲਰੇਟ ਕੀਤੀ ਜਾ ਸਕਦੀ ਹੈ, ਬਰਦਾਸ਼ਤ ਕੀਤੀ ਜਾ ਸਕਦੀ ਹੈ, ਪਰ ਇਸ ਤਰ੍ਹਾਂ ਦੀ ਟੌਰਚਰ ਨਹੀਂ। ਨਿਕਲੋ ਬਾਹਰ। ਸੁਸਾਈਡ ਕਰਨਾ ਵੀ ਕੋਈ ਮਤਲਬ ਚੰਗਾ ਕੰਮ ਨਹੀਂ ਆ। ਉਹ ਆਪਣੇ ਆਪ ਨੂੰ ਸਜ਼ਾ ਦਿੱਤੀ, ਤੁਸੀਂ ਸਮਾਜ ਨੂੰ, ਤੁਸੀਂ ਇਸ ਬੁੱਚੜ ਦਾ
ਚਿਹਰਾ ਨੰਗਾ ਕਰਦੇ ਉਸ ਵਕਤ ਜਦੋਂ ਜੀਂਦੇ ਸੀ। ਹੁਣ ਉਹਦੀ ਭੈਣ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਪੱਟੀ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸੁਸਾਈਡ ਕਿਸੇ ਮਸਲੇ ਦਾ ਹੱਲ ਨਹੀਂ ਜੀ। 2 ਬੱਚੀਆਂ ਉਸ ਬੀਬੀ ਦੀਆਂ, ਉਹਨੇ ਆਪਣੀ ਜੀਵਨ ਜਿਹੜਾ ਖਤਮ ਕਰ, ਘਰ ਵਾਲੇ ਨੇ ਬਕਾਇਦਾ ਤੌਰ ਤੇ ਜੇਲ੍ਹ ਚਲਾ ਜਾਣਾ। ਉਹਨਾਂ ਬੱਚਿਆਂ ਦਾ ਵਸ ਕੌਣ ਪਾਲੂਗਾ? ਆਮ ਤੌਰ ਤੇ ਅਸੀਂ ਇਹ ਵੇਖਦੇ ਆ ਵੀ ਜਦੋਂ ਵੀ ਕਿਤੇ ਡਾਈਵੋਰਸ ਕਿਸੇ ਦਾ ਹੁੰਦਾ, ਅੱਜ ਵੀ ਇੱਕ ਖਬਰ ਲੱਗੀ ਹੈ ਬਕਾਇਦਾ ਤੌਰ ਤੇ, 5 ਸਾਲ ਦਾ ਬੱਚਾ ਹੈ, 5 ਸਾਲ ਦਾ ਬੱਚਾ, ਤੇ ਉਹ ਗਿਆ ਜਿਹੜਾ ਇਹਨਾਂ ਸੁਵਿਧਾ ਸੈਂਟਰ ਸੀ ਉੱਥੇ ਨੇ ਕਿਹਾ ਜੀ ਬੱਚੋ, ਕਹਿੰਦੇ ਨਾ ਤੈਨੂੰ ਬੱਚਾ ਨਹੀਂ, ਮੇਰੇ ਬੱਚੇ ਦੀ ਉਮਰ ਛੋਟੀ ਹੈ, ਮਾਂ ਕੋਲ ਰਹੇਗੀ। ਉਹ ਕੋਰਟ ਚਲਾ ਜਾਂਦਾ, ਕੋਰਟ ਵੀ ਇਹ ਗੱਲ ਕਹਿੰਦੀ ਆ ਵੀ ਭਾਈ ਤੂੰ ਬੱਚਾ ਨਹੀਂ ਸੰਭਾਲ ਸਕਦਾ, 5 ਸਾਲ ਬੱਚੇ ਦੀ ਉਮਰ ਆ, ਇਹ ਆਪਣੀ ਮਾਂ ਕੋਲ ਰਹੇਗਾ, ਮਾਂ ਹੀ ਸੰਭਾਲ ਸਕਦੀ, ਤੂੰ ਨਹੀਂ ਸੰਭਾਲ ਸਕਦਾ। ਇਸ ਕਰਕੇ ਜਿਹੜਾ ਮੈਂ ਸੋਚਦਾ ਵੀ ਇਹ ਸੁਸਾਈਡ ਜਿਹੜਾ ਕਰਨਾ ਨਾ, ਉਹ ਵੀ ਇੱਕ ਆਪਣੇ ਮੈਸੇਜ ਦੇਖ ਕੇ ਬੜਾ ਤਕੜਾ ਕ੍ਰਾਈਮ ਆ। ਪੱਟੀ ਸਾਹਿਬ ਇੱਕ ਹੋਰ ਚੀਜ਼, 2 ਸਾਲ ਦੀਆਂ ਬੱਚੀਆਂ, ਪੱਟੀ ਸਾਹਿਬ ਇੱਕ ਹੋਰ ਦੱਸਾਂਗਾ। ਪੱਟੀ ਸਾਹਿਬ ਸੌਰੀ, ਇੱਕ ਹੋਰ ਚੀਜ਼ ਹੈ, ਇੱਕ ਹੋਰ ਚੀਜ਼ ਜਿਹੜਾ ਨਾ ਜਦੋਂ ਔਰਤ ਤਲਾਕ ਲੈਂਦੀ ਆ ਨਾ, ਸਾਡਾ ਚੰਦਰਾ ਸਮਾਜ ਹੈ ਨਾ, ਉਹਦੇ ਵਿੱਚ ਸਾਰੇ ਆਉਂਦੇ ਆਪਾਂ, ਔਰਤ ਨੂੰ ਹੀ ਕ੍ਰਿਟੀਸਾਈਜ਼ ਕੀਤਾ ਜਾਂਦਾ। ਅੱਜ ਵੀ 99.9% ਚਾਹੇ ਗੋਰਿਆਂ 'ਚ, ਕਾਲਿਆਂ 'ਚ, ਨੀਲਿਆਂ ਪੀਲਿਆਂ 'ਚ ਹੋਣ, ਉਹਨਾਂ ਦੇ ਵੀ ਹੈਗੇ ਆ, ਔਰਤ ਨੂੰ ਹੀ ਗਲਤ ਸਾਬਤ ਕੀਤਾ ਜਾਂਦਾ। ਜਦੋਂ ਕਿ ਤਾੜੀ 2 ਹੱਥਾਂ ਨਾਲ ਵੱਜਦੀ, ਇੱਕ ਹੱਥ ਨਾਲ ਕਦੇ ਤਾੜੀ ਮਾਰ ਕੇ ਵੇਖ ਲਓ, ਨਹੀਂ ਵੱਜਦੀ। ਔਰਤ ਨੂੰ ਹੀ ਬਦਨਾਮ ਕੀਤਾ ਜਾਂਦਾ ਡਿਵੋਰਸ ਤਲਾਕ ਦੇ ਮਾਮਲੇ ਦੇ ਵਿੱਚ। ਇਸ ਕਰਕੇ ਉਹ ਜ਼ਿੰਦਗੀ ਜਿਹੜੀ ਹੈ ਨਾ, ਉਹ ਸਹਿ ਕੇ ਜਿੰਦੀ ਹੈ ਵੀ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ। ਅਸੀਂ ਆਪਣੇ ਵੱਲ ਸਵੇ ਝੱਤ ਕਿਉਂ ਨਹੀਂ ਮਾਰਦੇ? ਸਾਡਾ ਬੱਚਾ ਕਿਸੇ ਵੇਲੇ ਇਹੋ ਜਿਹੀ ਸਥਿਤੀ ਦੇ ਵਿੱਚ ਹੁੰਦਾ, ਉਹ ਕੰਮ ਨਹੀਂ ਕਰਦਾ, ਹੈ ਨਾ, ਜਵਾਨ ਹੋ ਰਿਹਾ, ਚਲੋ ਏਦਾਂ ਕਰੋ, ਇਹਦੇ ਪੈੜਾਂ 'ਚ ਬੀੜ ਪਾਓ, ਹੈ ਨਾ, ਇਹੀ ਕਹਿੰਦੇ ਸੀ ਆਪੇ ਕਮਾਊਗਾ, ਆਪੇ ਕਮਾਊਗਾ, ਜਦੋਂ ਆਊਗੀ ਤੇ ਫਿਰ ਕਮਾਉਣਾ ਪੈਣਾ। ਅੱਛਾ, ਸਾਲ 6 ਮਹੀਨੇ ਲੰਘ ਪਏ, ਜਵਾਕ ਜੰਮ ਪਿਆ, ਲੈ ਹੁਣ ਤੇ ਕਮਾਊਗਾ। ਉਹ ਜਦੋਂ ਉਹਨੇ ਆਪਣੇ ਪੈਰਾਂ ਤੇ ਖੜਾ ਪਹਿਲਾਂ ਹੀ ਨਹੀਂ ਹੋਇਆ, ਅਸੀਂ ਉਹਦੇ ਬੇੜ ਪਾ ਦਿੱਤੇ, ਇੱਕ ਧੀ ਲਿਆ ਦਿੱਤੀ ਉਹੋ ਜਿਹੇ ਤੋਰਨ ਵਾਲੇ ਨਾਲ, ਬੱਚਾ ਪੈਦਾ ਹੋ ਗਿਆ ਨੇ, ਫਿਰ ਜ਼ਿੰਮੇਵਾਰੀ ਨਹੀਂ ਨਿਭਾਈਆਂ, ਉਹਨੇ ਕਦੋਂ ਨਿਭਾਉਣੀ ਆ? ਫਿਰ ਲੜਾਈ ਝਗੜੇ ਤੱਕ ਨੌਬਤ ਆਉਣੀ, ਫਿਰ ਇਹੀ ਸਿਚੁਏਸ਼ਨ ਹੋਣੀ ਆ। ਔਰਤ ਨੂੰ ਹੀ ਬਦਨਾਮ ਕੀਤਾ ਜਾਂਦਾ। ਇਹ ਇੱਕ ਸੱਚਾ 100% ਕੌੜਾ ਸੱਚ ਹੈ, ਚਾਹੇ ਮੰਨੀਏ ਚਾਹੇ ਨਾ ਮੰਨੀਏ। ਹਾਂਜੀ ਭੱਟੀ ਸਾਹਿਬ। ਬਿਲਕੁਲ ਜੀ, ਸਾਡੀ ਇੱਕ ਮਾਨਸਿਕਤਾ ਬਣ ਚੁੱਕੀ ਹੈ। ਬੰਦਾ ਭਾਵੇਂ ਜਿੰਨੇ ਮਰਜ਼ੀ ਗੁਨਾਹ ਕਰ ਰਵੇ, ਉਹ ਮੁੜ ਕੇ ਫਿਰ ਸਾਫ ਦਾ ਸਾਫ ਰਹਿੰਦਾ। ਔਰਤ ਨੇ ਕੋਈ ਗੁਨਾਹ ਨਾ ਕੀਤਾ ਹੋਵੇ, ਇਲਜ਼ਾਮ ਵੀ ਲੱਗਾ ਹੋਵੇ ਉੱਤੇ, ਉਹ ਵੀ ਚਰਚਾ ਨਸ਼ਾ ਬਣ ਜਾਂਦਾ। ਜਿਹੜੀ ਗੱਲ ਤੁਸੀਂ ਬੱਚਿਆਂ ਦੀ ਗੱਲ ਕੀਤੀ ਆ, ਇੰਡੀਆ ਦੇ ਵਿੱਚ ਜਿਹੜੇ ਅਡਾਪਸ਼ਨ ਸੈਂਟਰ ਹੈ, ਉਹਨਾਂ ਦੀ ਰਿਪੋਰਟ ਹੈ ਵੀ ਜ਼ਿਆਦਾ ਜੋੜੇ ਅਡਾਪਸ਼ਨ ਕਰਦੇ ਜਿਹੜੇ ਬੱਚੇ ਹੁੰਦੇ, ਉਹ ਬੱਚੀ ਦੀ ਭਾਲ ਕਰਦੇ, ਬੱਚੀ ਦਿਓ ਸਨ। ਬੱਚੇ ਜਿਹੜੇ ਉਹ ਮੁੰਡਿਆਂ ਨੂੰ ਘੱਟ ਕਰਦੇ ਆ, ਬੱਚੀਆਂ ਨੂੰ ਜ਼ਿਆਦਾ ਕਰਦੇ ਡਾਕਟਰ। ਉਹ ਕਿਉਂ ਕਰਦੇ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਜੇ ਕੁਝ ਲੋਕ ਜਿਹੜੇ ਫੋਰਨ ਦੇ ਆਉਂਦੇ ਨੇ ਅਡਾਪਸ਼ਨ ਸੈਂਟਰ ਦੇ ਵਿੱਚ, ਉਹਨਾਂ ਦੇ ਵਿੱਚ 90% ਇਹ ਹੁੰਦੇ ਜਿਹੜੇ ਬੱਚੀ ਚਾਹੁੰਦੇ ਆ, ਬੱਚੀ ਇੱਕ ਪਾਸੇ ਤੇ ਉਹ ਵੇਖੋ ਆਪਣੀ ਬੱਚੀ ਅਡਾਪਟ ਕਰਕੇ ਉਹਨੂੰ ਪ੍ਰਵਾਨ ਚੜਾਉਣਾ ਚਾਹੁੰਦੇ ਆ, ਤੇ ਇੱਕ ਪਾਸੇ ਇਹ ਬਾਪ ਆ ਜਿਹੜਾ ਕਹਿੰਦਾ 2 ਬੱਚੀਆਂ ਤੂੰ ਮੁੰਡਾ ਨਹੀਂ ਜੰਮ ਸਕਦੀ। ਜੀ ਭਾਈ, ਜੋ ਮੁੰਡਿਆਂ ਦੀ ਹਾਲਤ ਵੇਖ ਲਈ ਹੈ ਪੰਜਾਬ ਦੇ ਵਿੱਚ, ਅੱਜ ਜੇ ਸੰਭਾਲਦੀਆਂ ਤੇ ਆਪਣੇ ਮਾਂ ਪਿਓ ਨੂੰ ਬੱਚੀਆਂ ਸੰਭਾਲਦੀਆਂ, ਬੱਚੀਆਂ ਦਾ ਦੁੱਖ ਮਨਾਉਂਦੀਆਂ, ਤੇ ਜਿਹੜੇ ਮੁੰਡੇ ਨੇ ਉਹ ਜ਼ਿਆਦਾ ਵਡਾਉਂਦੇ ਨੇ। ਸਾਨੂੰ ਫਿਰ ਕਹਿਣਾ ਪੈਂਦਾ ਚਲੋ ਜੀ, ਭਰਾ ਹੋਏ ਤੇ ਅੱਡ ਹੋਏ, ਪੁੱਤ ਹੋਏ ਤੇ ਅੱਡ ਹੋਏ, ਬੱਚੀਆਂ ਕਦੀ ਅੱਡ ਨਹੀਂ ਆਪਣੇ ਮਾਪੇ ਤੋਂ ਹੁੰਦੀਆਂ। ਜਿੰਨੀਆਂ ਮਰਜ਼ੀ ਉਹ ਤਕਲੀਫ ਚ ਹੋਣ, ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਆਪਣੇ ਮਾਂ ਪਿਓ ਦੀ ਅਸੀਂ ਜਿਹੜੀ ਸੁੱਖ ਮੰਗੀਏ, ਉਹਨਾਂ ਨੂੰ ਮਿਲੀਏ, ਗਲੀਏ, ਉਹਨਾਂ ਨੂੰ ਜਾ ਕੇ ਹਾਲ ਚਾਲ ਪੁੱਛੀਏ। ਬਿਲਕੁਲ ਸਹੀ ਗੱਲ ਕਹੀ, ਬਹੁਤ ਵਧੀਆ ਗੱਲ ਕਹੀ। ਇਸ ਕਰਕੇ ਜਿਹੜੀ ਹੈ ਬੱਚੀਆਂ ਦੀ ਜਿਹੜੀ ਹੈ ਨਾ ਕਦਰ ਜ਼ਿਆਦਾ ਕਰਨੀ ਚਾਹੀਦੀ ਆ, ਹੋ ਵੀ ਰਹੀ ਆ। ਸਾਡੇ ਹੁਣ ਪਹਿਲਾਂ ਨਹੀਂ ਹੈਗਾ, ਪਹਿਲਾਂ ਬੱਚੀ ਜੰਮ ਪੜੀ ਤੇ ਲੋਕਾਂ ਨੇ ਕਹਿਣਾ ਦੇਖ ਜੀ ਫਲਾਣ ਹੋ ਗਿਆ, ਠੀਕ ਹੋ ਗਿਆ। ਅੱਜ ਬੱਚੀਆਂ ਦੀਆਂ ਲੋਹੜੀਆਂ ਵੰਡੀਆਂ ਜਾਂਦੀਆਂ ਇੱਥੇ। ਸਾਡੇ ਕੈਨੇਡਾ ਦੇ ਵਿੱਚ ਸ਼ੁਰੂਆਤ ਇੱਥੋਂ ਹੋਈ ਆ, ਔਰ ਮੈਨੂੰ ਪ੍ਰਾਊਡਲੀ ਕਹਿਣਾ ਪਊਗਾ ਕਿ ਮੈਂ ਮੰਨੂਗਾ ਇਸ ਚੀਜ਼ ਨੂੰ ਕਿ ਸਭ ਤੋਂ ਪਹਿਲਾਂ
ਮਤਲਬ ਅਸੀਂ 2-3 ਰੇਡੀਓ ਹੁੰਦੇ ਸੀ, ਸਾਰੇ ਰੇਡੀਓ ਇੱਕ ਦੂਜੇ ਨੂੰ ਸੁਣਦੇ ਵੀ ਹੁੰਦੇ ਸਾਂ ਉਦੋਂ, ਠੀਕ ਹੈ। ਤੇ ਜਿੱਦਾਂ ਲੋਹੜੀ ਵਾਲੇ ਦਿਨ ਸਭ ਤੋਂ ਪਹਿਲਾਂ ਕਾਲ, ਮਤਲਬ ਕੋਈ ਘੰਟੇ ਦਾ ਪ੍ਰੋਗਰਾਮ ਸੀ, ਕੋਈ 1.5 ਘੰਟੇ ਦਾ ਪ੍ਰੋਗਰਾਮ ਸੀ, ਤੇ ਰਾਤ ਨੂੰ ਪਹਿਲੀ ਲੋਹੜੀ ਦੀ ਅਨਾਉਂਸਮੈਂਟ ਰੰਗਲਾ ਪੰਜਾਬ ਦੇ ਵਿੱਚ ਹੋਈ ਜੇ ਧੀ ਜੰਮੀ ਆ, ਮੈਨੂੰ ਨਾਂ ਭੁੱਲ ਗਿਆ ਪਰਿਵਾਰ ਦਾ, ਵੀ ਅਸੀਂ ਅੱਜ ਭੁੱਗਾ ਬਾਲਿਆ ਚਾਵਲਾ ਜੀ। ਉਦੋਂ ਲੋਕ ਪਿਨ ਡ੍ਰੌਪ ਸਾਇਲੈਂਟ ਨਾਲ ਰੇਡੀਓ ਪ੍ਰੋਗਰਾਮ ਸੁਣਦੇ ਹੁੰਦੇ ਸੀ, ਹੈ ਨਾ, ਪਿਨ ਡ੍ਰੌਪ ਸਾਇਲੈਂਟ ਨਾਲ ਰੇਡੀਓ ਸੁਣਦੇ ਸੀ। ਤੇ ਕਿੰਨੀਆਂ ਕਾਲ ਆਈਆਂ ਸੀਗੀਆਂ ਵਧਾਈਆਂ ਪਰਿਵਾਰ ਨੂੰ ਵੀ ਬੇਟੀ ਕੱਲ ਹੋਈ ਆ, ਅਸੀਂ ਅੱਜ ਭੁੱਗਾ ਬਾਲ ਕੇ ਬੈਠੇ ਆ। ਜੇ ਕਿਤੇ ਪਰਿਵਾਰ ਸੁਣ ਰਿਹਾ ਹੋਵੇ, ਅੱਜ ਬੱਚੀ ਉਹ 25-26 ਸਾਲ ਦੀ ਹੋਣੀ ਆ, 25 ਸਾਲ ਦੀ ਤਾਂ ਹੈ, 24 ਸਾਲ 23 ਸਾਲ 24 ਸਾਲ ਦੀ ਤਾਂ ਹੈ ਉਹ, ਹੈ ਨਾ, ਸੌਰੀ ਮੈਂ 25 ਸਾਲ ਕਹਿ ਰਿਹਾ, 23-24 ਸਾਲ ਦੀ ਤਾਂ ਹੈ, ਕਿਉਂਕਿ ਮੈਂ ਕੈਲਕੂਲੇਟ ਕਰਦਾ 25 ਸਾਲ ਦਾ ਸਫ਼ਰ ਤੈਅ ਕੀਤਾ ਆਪਾਂ, ਤੇ 98-99 ਦੀ ਗੱਲ ਹੈ। 2 ਘੰਟੇ ਸੀ ਆਪਣੇ ਕੋਲ, ਕਿਉਂਕਿ ਰੰਗਲਾ ਪੰਜਾਬ ਸ਼ੁਰੂ ਹੋਇਆ ਪਹਿਲਾਂ ਸਾਲ 6 ਮਹੀਨੇ ਥੋੜ੍ਹਾ ਟਾਈਮ ਸੀਗਾ, ਫਿਰ 1 ਘੰਟਾ ਸੀ, 4 ਦਿਨ ਸੀ, 5 ਦਿਨ ਸੀ, ਫਿਰ 2 ਘੰਟੇ ਸਾਡੇ ਕੋਲ ਮੰਡੇ ਟੂ ਫਰਾਈਡੇ ਤੱਕ ਰਹੇ। ਹੁਣ ਸਾਡੇ ਕੋਲ 4 ਘੰਟੇ ਨੇ, ਸਵੇਰੇ 2 ਘੰਟੇ। ਉਸ ਕਰਕੇ ਥੋੜ੍ਹਾ ਜਿਹਾ ਕਨਫਿਊਜ਼ਿੰਗ ਹੋਈ ਕਿ 23-24 ਸਾਲ ਦੀ ਕੁੜੀ ਹੋਊਗੀ, ਉਹ ਬੱਚੀ ਹੋਊਗੀ ਜਿਹਦੀ ਭੁੱਗਾ ਇਸ ਅਨਾਊਂਸਮੈਂਟ ਕੀਤਾ ਗਿਆ ਸੀ ਰੰਗਲਾ ਪੰਜਾਬ ਤੇ, ਕਿ ਅੱਜ ਅਸੀਂ ਪਰਿਵਾਰ ਬੈਠੇ ਹਾਂ ਤੇ ਅਸੀਂ ਲੋਹੜੀ ਬਾਲ ਰਹੇ ਹਾਂ ਘਰ ਦੇ ਵਿੱਚ, ਹਾਂਜੀ, ਕਿਉਂਕਿ ਸਾਡੇ ਇੱਥੇ ਠੰਡ ਹੁੰਦੀ ਹੈ ਬਹੁਤ ਜ਼ਿਆਦਾ ਲੋਹੜੀ ਵਾਲੇ ਦਿਨਾਂ ਦੇ ਵਿੱਚ, ਹਾਂਜੀ, ਸਨੋ ਪਈ ਹੁੰਦੀ ਹੈ। ਸੋ ਇਸ ਕਰਕੇ ਸ਼ੁਰੂਆਤ ਹੁੰਦੀ ਹੈ ਵਿਦੇਸ਼ਾਂ ਦੇ ਵਿੱਚੋਂ। ਇੱਥੇ ਵੀ ਇਹ ਸਿਲਸਿਲਾ ਸੀਗਾ, ਮਤਲਬ ਇੱਥੇ ਵੀ ਅਜੇ ਕਿਹੜੇ ਟਲ ਗਏ ਭੱਟੀ ਸਾਹਿਬ, ਅਜੇ ਵੀ ਕੁਝ ਮੈਂ ਕਹਿੰਦਾ ਕਿ ਉਹ ਕੀ ਉਹਨਾਂ ਨੂੰ ਮੈਂ ਖਿਤਾਬ ਦੇਵਾਂ, ਹੈ ਨਾ, ਅਜੇ ਵੀ ਇੱਥੋਂ ਬੱਚਾ ਬੱਚੀ ਦਾ ਟੈਸਟ ਕਰਨ ਵਾਸਤੇ ਇੰਡੀਆ ਜਾਂਦੇ ਨੇ। ਜਦੋਂ ਪਤਾ ਲੱਗ ਜਾਂਦਾ ਨਾ ਕਿ ਬੱਚੀ ਪ੍ਰੈਗਨੈਂਟ ਆ, ਤਾਂ ਪਹਿਲੀ ਬੱਚੀ ਹੋਈ ਆ, ਧੀ ਹੋਈ ਆ, ਤੇ ਦੂਜੇ ਵੇਲੇ ਘੁੰਮ ਫਿਰ ਆਉਂਦੇ ਆਪਾਂ, ਮਾੜਾ ਗੇੜਾ ਗੂੜਾ ਲਾ ਆਉਂਦੇ ਆ, ਨਾਲੇ ਭੈਣ ਭਰਾਵਾਂ ਨੂੰ ਮਿਲ ਆਉਂਦੇ ਆ, ਹੈ ਨਾ, ਤੇ ਜਾਂਦੇ ਉੱਥੇ ਹੁੰਦੇ ਆ ਜਿੱਥੇ ਲਿਖਿਆ ਹੁੰਦਾ ਕਿ ਇੱਥੇ ਲਿੰਕ ਟੈਸਟ ਨਹੀਂ ਹੋ ਰਿਹਾ। ਬਿਲਕੁਲ ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਆਓ ਜੀ, ਹੁਣ ਤੁਹਾਡਾ ਅਨਨੋਨ ਨੰਬਰ ਆ ਰਿਹਾ। ਕੋਈ ਗੱਲ ਨਹੀਂ ਜੀ। ਹਾਂਜੀ, ਤੁਸੀਂ ਵਿਸ਼ਾ ਹੀ ਇਹੋ ਜਿਹਾ ਚਾਹਿਆ, ਮੈਂ ਪਰਸਨਲ ਗੱਲ ਕਰਨੀ ਆ ਹੁਣ, ਮਤਲਬ ਤੁਸੀਂ ਵਿਸ਼ਾ ਹੀ ਇਹੋ ਜਿਹਾ ਛੇੜਿਆ ਸੀ, ਮੈਨੂੰ ਯਾਦ ਆ ਗਿਆ। ਯਾਦ ਕੀ ਆ ਗਿਆ, ਮੇਰੀ ਇੱਕ ਬੇਟਾ ਤੇ ਇੱਕ ਬੇਟੀ ਹੈ। ਬੇਟੀ ਦੀ ਮੈਂ ਪੜ੍ਹਾਇਆ, ਬਿਲਕੁਲ ਆਪਣੇ ਲਾਈਫ ਦੇ ਵਿੱਚ ਬਿਲਕੁਲ ਸੈਟਲ ਹੈ ਇਸ ਵੇਲੇ। ਤੇ ਜਦੋਂ ਮੈਂ ਉਹਦਾ ਵਿਆਹ ਕੀਤਾ ਨਾ, ਤੇ ਵਿਆਹ ਕਰਨ ਤੋਂ ਮੈਂ ਜਾਣ ਲੱਗਾ ਕਿ ਮੈਂ ਕਿਹਾ ਬੇਟਾ ਮੇਰੀ ਗੱਲ ਸੁਣ, ਤੈਨੂੰ ਆਪਣੇ ਪੈਰਾਂ ਤੇ ਖੜਾ ਕਰਨ ਜੋਗਾ ਮੈਂ ਕਰ ਦਿੱਤਾ, ਪਰ ਸਾਡੇ ਸਮਾਜ ਦੇ ਮੁਤਾਬਕ ਹੁਣ ਮਤਲਬ ਦੋਨਾਂ ਪਰਿਵਾਰਾਂ ਦੀ ਇੱਜ਼ਤ ਦਾ ਸਾਲੇ ਵਿੱਚ ਠੀਕ ਤਰ੍ਹਾਂ ਵਸੇ ਤੇ। ਪਰ 2 ਗੱਲਾਂ ਨੇ, ਜੇਕਰ ਉਹ ਤੈਨੂੰ ਮਾਰਨ ਜਾਂ ਤੈਨੂੰ ਭੁੱਖਾ ਰੱਖਣ, ਫਿਰ ਮੈਨੂੰ ਦੱਸਣਾ ਹੈ। ਜੇ ਸਾਨੂੰ ਬੁਰਾ ਕਹਿਣ ਚੰਗਾ ਕਹਿਣ, ਯੂ ਡੈਮ ਕਿਹਾ ਉਹ ਬਾਰੇ ਸੋਚੀ ਨਾ, ਧੀਆਂ ਬੜੇ ਸੋਚਦੇ ਜੇ ਪੇਰੈਂਟਸ ਬਾਰੇ ਕੁਝ ਕਵੇ। ਉੱਥੇ ਨਾ ਇਹ ਹੈ, ਉਹ ਨਾ ਇੱਕ ਸੱਸ ਨਨਾਣ ਜਾਂ ਘਰ ਵਾਲਾ ਹੀ ਕਹਿ ਦਿੰਦਾ, ਉਹ ਜਿਹਦੇ ਹਾਂਜੀ WhatsApp ਮਤਲਬ ਤੁਹਾਨੂੰ ਦੱਸਦਾ ਉਹਦੇ ਉੱਤੇ ਨਾ ਅੱਛਾ ਅੱਗੇ ਸੁਣ ਲਓ ਪੂਰੀ, ਫਿਰ ਤੁਸੀਂ ਆਪਣਾ ਜੀ। ਅੱਛਾ, ਤੇ ਹੁਣ ਮੇਰੇ ਬੇਟੇ ਦੇ ਵੀ 2 ਬੇਟੇ ਨੇ, ਤੇ ਮੇਰੀ ਬੇਟੀ ਦੇ 1 ਬੇਟਾ ਹੈ। ਇੱਕੋ ਬੇਟਾ, ਤੇ ਉਹਨਾਂ ਨੇ 6 ਸਾਲ ਹੋ ਗਏ ਨੇ ਇੱਕ ਲੜਕੀ ਅਡਾਪਟ ਕੀਤੀ, ਅਨਨੋਨ, ਪ੍ਰੋਪਰ ਚੈਨਲ ਦਾ। ਤੇ ਜਦੋਂ ਉਹਨੇ ਲੜਕੀ ਅਡਾਪਟ ਕਰ ਲਈ, ਮੇਰਾ ਬੇਟਾ ਮੇਰੀ ਨੂੰਹ ਮੈਨੂੰ, ਸਾਡੀ ਨੂੰਹ ਡਾਕਟਰ ਲਾ ਕਹਿੰਦੇ ਨੇ, ਇਸ ਜੀ ਤੇ ਸਾਡਾ ਵੀ ਕਰਦਾ ਹੈ। ਮੈਂ ਹਜੇ ਬੇਟਾ ਜੀ ਕਰਦਾ ਤੇ ਕਰ ਲਓ। ਵੈਸੇ ਇੱਕ ਤੁਹਾਨੂੰ ਦੱਸਾਂ ਟਰਾਵਲਾ ਸਾਹਿਬ, ਜਿੰਨਾ ਚਿਰ ਘਰ ਦੇ ਵਿੱਚ ਧੀ ਨਾ ਹੋਵੇ ਨਾ, ਪਰਿਵਾਰ ਪੂਰਾ ਨਹੀਂ ਹੁੰਦਾ। ਤੋ ਘਰ ਹੀ ਨਹੀਂ ਆ ਛੜਿਆਂ ਦਾ ਡੇਰਾ। ਨਹੀਂ ਬੱਚੇ ਵੀ ਜਿਹੜੇ ਨਾ ਤੁਹਾਡੇ, ਉਹ ਐਟੀਕੇਟ ਨਹੀਂ ਸਿੱਖਦੇ, ਉਹਨਾਂ ਰਿਸਪੈਕਟ ਕਰਨ ਦੀ ਲੇਡੀ ਦੀ ਘੱਟ ਆਉਂਦੀ ਹੈ। ਬਿਲਕੁਲ ਬਹੁਤ ਮਿਹਰਬਾਨੀ। ਸੋ ਇਹ ਮੈਂ ਸਿਰਫ ਮੈਂ ਕਿਹਾ ਵੀ ਲੱਗੇ ਨੇ ਦਵਾ ਤੇ ਮੈਂ ਹੁਣ ਅੱਜ ਥੋੜਾ ਜਿਹਾ ਸਾਡੇ ਉਹ ਟੈਕਨੀਸ਼ੀਅਨ ਨੂੰ ਪਤਾ ਹੁੰਦਾ ਕਿ ਸ਼ੁੱਕਰਵਾਰ ਆਪਣਾ ਚੱਲਣਾ ਲੰਬਾ, ਤੇ ਉਹਦੇ ਵੱਲੋਂ ਵੀ ਕੁਝ ਸਾਰਾ ਨਹੀਂ ਹੁੰਦਾ। ਨਹੀਂ, ਮੈਨੂੰ ਸ਼ਰਮ ਆਉਂਦੀ ਸੀ ਵੀ ਸਰੋਤੇ ਕੀ ਕਹਿਣਗੇ ਵੀ ਇਹ ਅੱਜ ਇਕੱਲਾ ਹੀ ਲੱਗਾ ਹੈ। ਨਹੀਂ, ਕਦੇ ਨਹੀਂ ਵੀਰ ਸਾਹਿਬ, ਤੁਸੀਂ ਕਦੇ ਵੀ ਇਹ ਮਹਿਸੂਸ ਨਹੀਂ ਕਰਨਾ ਵੀ ਤੁਸੀਂ ਬਾਰ-ਬਾਰ ਕਿਉਂ ਕਾਲ ਕਰਦੇ ਆ। ਜਦੋਂ ਅਸੀਂ ਗੱਲ ਕਰ ਰਹੇ ਹਾਂ, ਠੀਕ ਆ, ਗੱਲ ਦੇ ਵਿੱਚ ਤੁਹਾਨੂੰ ਚੰਗਾ ਲੱਗਾ, ਤੁਸੀਂ ਆਪਣੀ ਇਨਪੁਟ ਦਿੱਤੀ ਹੈ, ਇਹ ਵਰਲਡ ਵਾਈਡ ਗੱਲ ਕਿਤੇ ਨਾ ਕਿਤੇ ਕਿਸੇ ਦੇ ਕੰਨਾਂ ਤੱਕ ਪਹੁੰਚਣੀ ਹੈ।
ਅਸੀਂ ਤਾਂ ਲਾਹਨਤ ਭੇਜ ਰਹੇ ਹਾਂ ਉਸ ਸ਼ਖਸ ਨੂੰ। ਮਾਂ ਨੇ ਪਿਓ ਨੇ ਗੁਰਦੁਆਰਾ ਸਾਹਿਬ ਜਾ ਕੇ ਬੜੀ ਸ਼ਰਧਾ ਦੇ ਨਾਲ ਲੱਡੂ ਵੰਡੇ ਹੋਣੇ, ਖੁਸਰੇ ਨੱਚਣ ਆਏ ਉਹ ਮੈਂ ਜੀ ਹੋਣਗੇ। ਇੱਕ ਖਬਰ ਰਣਜੋਧ ਦੇਖੋ ਨਾਂ ਕਿੱਡਾ ਬੜਾ ਮਾੜਾ ਹੋਇਆ ਸਾਹਿਬ, ਨਾਂ ਕਿੱਡਾ ਵੱਡਾ ਰਣਜੋਧ। ਹਾਂਜੀ ਰਣਜੋਧ ਵੀਰ, ਰਣਾ ਦਾ ਜੋਧਾ ਤੇ ਸੂਰਮਾ ਤੇ ਵੀਰ। ਇਹਦੀ ਵਿਆਖਿਆ ਕਰੀਏ, ਰਣਜੋਧ ਵੀਰ, ਰਣਾ ਦਾ ਜੋਧਾ ਤੇ ਵੀਰ ਤੇ ਲਾਂਤਾ ਤੇਰੀਆਂ ਕੰਮਾਂ ਤੇ ਤੁਰ ਫਿੱਟੇ ਮੂੰਹ ਤੇਰੀ ਸੋਚ ਦੇ। ਵੀਡੀਓ ਵੇਖੋ ਤੇ ਰੋਣਾ ਆਉਂਦਾ। ਇੱਕ ਤੁਹਾਨੂੰ ਕਹਾਂ, ਇੱਕ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਾਂ, ਤੁਸੀਂ ਬਿਨਾ ਮਤਲਬ ਸਾਰਾ ਦਿਨ ਇੰਨੇ ਭਾਵਕ ਨਾ ਹੋਇਆ ਕਰੋ, ਥੋੜਾ ਜਿਹਾ ਤੁਹਾਡੀ ਸਿਹਤ ਤੇ ਵੀ ਅਸਰ ਹੋਏਗਾ। ਮੈਂ ਦੇਖਦਾ, ਮੈਂ ਵੈਸੇ ਕਹਿਣ ਦੇ ਹੱਕਦਾਰ ਨਹੀਂ ਤੁਹਾਨੂੰ, ਤੁਸੀਂ ਸਿਆਣੇ ਹੋ। ਚਲੋ ਕੀ ਕਰੀਏ, ਸੱਚ ਨਹੀਂ ਰਹਿੰਦਾ, ਕੀ ਕਰੀਏ, ਮੈਂ ਕੀ ਕਵਾਂ ਹੁਣ, ਆਪਣੇ ਨੂੰ ਕਿਵੇਂ ਕਰਾਂ, ਫਿਰ ਮੈਂ ਦੋਗਲਾ ਬਣ ਜਾ ਥੋੜਾ ਜਿਹਾ। ਤੁਹਾਡੀ ਮਰਜ਼ੀ ਤੇ ਮੈਂ ਤੇ ਵੈਸੇ ਮੇਰੇ ਮਨ ਚ ਆਇਆ ਸੀ, ਮੈਂ ਕਹਿ ਮਿਹਰਬਾਨੀ। ਮੈਨੂੰ ਕਈਆਂ ਨੇ ਕਿਹਾ, ਮੈਨੂੰ ਕਈਆਂ ਨੇ ਕਿਹਾ ਮੈਂ ਕੀ ਕਰਾਂ ਹੁਣ, ਮੈਂ ਮਜਬੂਰ ਆ, ਮੈਂ ਕੀ ਕਰਾਂ, ਮੈਂ ਕਿਵੇਂ। ਇਹ ਕੋਈ ਵਿਖਾਵਾ ਨਹੀਂ ਹੈ ਵਿਰਕ ਸਾਹਿਬ, ਇਹ ਵਿਖਾਵਾ ਨਹੀਂ ਆ। ਹੁਣ ਕਬੱਡੀ ਵਾਲਿਆਂ ਦੇ ਸਾਰਾ ਦਿਨ ਫੋਨ ਆਉਂਦੇ ਰਹੇ ਆ, ਸਾਡੇ ਕੋਲ ਆਹ ਵੀਡੀਓ ਆ ਗਈ ਹੈ, ਸਾਡੇ ਕੋਲ ਆਹ ਵੀਡੀਓ, ਸਾਡੇ ਕੋਲ ਆਹ, ਸਾਡੇ ਕੋਲ ਆਹ, ਸਾਡੇ ਕੋਲ ਆਹ, ਸਾਡੇ ਕੋਲ ਉਹ, ਬਲਾ 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 ਬਲਾ, ਪੁਰਾਣੇ ਸਾਰੇ ਸੁਣ। ਮੈਨੂੰ ਖੁਸ਼ੀ ਹੈ ਕਿ ਸਾਰੇ ਸੁਣਦੇ, ਇਸ ਗੱਲ ਦੀ ਖੁਸ਼ੀ, ਸਾਰੇ ਸੁਣਦੇ ਹਨਾ। ਅੱਛਾ, ਕਈ ਵਾਰੀ ਨਾ ਤੁਸੀਂ ਗੱਲਾਂ ਕਰਦੇ ਹੁੰਦੇ ਹੋ ਨਾ, ਮਤਲਬ ਜ਼ਿਆਦਾ ਅਕਾਲੀਆਂ ਬਾਰੇ ਜਾਂ ਉਹਦਾ ਪਰਾ, ਮੈਨੂੰ ਹਾਸਾ ਉਹਨਾਂ ਦਾ ਕੋਲ ਤੁਰਦੇ ਨੂੰ ਮੇਰਾ ਹਾਸਾ ਰੋਕਦਾ ਹੀ ਨਹੀਂਗਾ। ਮੈਂ ਲੱਗ ਗਿਆ ਮੈਂ ਕਿਹਾ ਖਪਣ ਦਾ ਜਿਹੜਾ ਤੂੰ ਹੱਸਣ ਰਿਹਾ ਮੇਰਾ। ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਸਾਰੇ ਹੀ ਸੁਣਦੇ ਨੇ ਪੱਟੀ ਸਾਹਿਬ, ਮੈਨੂੰ ਖੁਸ਼ੀ ਆ, ਕਹਿੰਦੇ ਸਾਰੇ ਅਸੀਂ ਸੁਣਦੇ ਆ। ਜਦੋਂ ਕਿਸੇ ਨੇ ਕਿਹਾ ਸੀਗਾ ਕਿ ਬੀਜੀ ਨੇ, ਕਹਿੰਦੇ ਅਸੀਂ ਸੁਣਦੇ ਪਏ ਸੀ, ਫੋਨ ਆਏ ਹਨਾ, ਵੀ ਸਾਰੇ ਸੁਣਦੇ। ਖੁਸ਼ੀ ਆ, ਚੰਗੀ ਗੱਲ, ਚੰਗਾ ਲੱਗਦਾ, ਖੁਸ਼ੀ ਆ ਵੀ ਸੁਣਦੇ ਹੋ ਤੁਸੀਂ। ਪਰ ਉਹ ਇਹ ਵੀ ਮੰਨਦੇ ਨੇ ਕਿ ਤੁਸੀਂ ਗਲਤ ਵੀ ਨਹੀਂ ਆ। ਜਿਵੇਂ ਬਿਰਕ ਸਾਹਿਬ ਨੇ ਕਿਹਾ ਭਾਵਕ ਹੋ ਜਾਣਾ ਯਾਰ, ਮੈਂ ਕਿਹਾ ਜਿਹੜਾ ਸੱਚਾ ਬੰਦਾ ਹੋਵੇ ਭਾਵਕ ਤੇ ਉਹ ਹੋ ਹੀ ਜਾਂਦਾ ਹਨਾ। ਸਾਡੀ ਟੀਮ ਸੂਈ ਗੰਦੂਈ ਦੀ ਗੱਲ ਕਰਦੀ ਆ ਵੀ ਇੱਕ ਦੂਜੇ ਨੂੰ ਜੋੜੋ, ਤੋੜੋ ਨਾ ਹਨਾ। ਪਰ ਮੈਂ ਵੇਖਿਆ ਕਿ ਜਿਹੜੇ ਪਾੜਦੇ ਨੇ ਉਹਨਾਂ ਦਾ ਜ਼ਿਆਦਾ ਬੋਲ ਵਾਲਾ। ਤੇ ਹੁਣ ਅਸੀਂ ਫਿਰ ਉਹ ਬਾਬਾ ਫਰੀਦ ਜੀ ਦਾ ਸਲੋਕ ਆ ਕਿ ਪਿੱਛਾ ਰਿਹਾ ਦੂਰ ਅੱਗਾ ਨੇੜੇ ਆਇਆ। ਹੁਣ ਅੱਗੇ ਨੂੰ ਸੰਭਾਲੀਏ, ਪਿੱਛਾ ਤੇ ਨਿਕਲ ਗਿਆ। ਹਾਂਜੀ ਭੱਟੀ ਸਾਹਿਬ, ਕੀ ਕਹਿਣਾ ਚਾਹੋਗੇ, ਵਾਈਂਡ ਅਪ ਕਰਨਾ ਚਾਹੋਗੇ? ਵਿਰਕ ਸਾਹਿਬ ਨੇ ਬੜੀ ਗੱਲ ਕੀਤੀ ਆ। ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ, ਜਿਸ ਘਰ ਚ ਧੀ ਨਹੀਂ, ਉਸ ਘਰ ਦੀ ਦਲੀਜ ਕੋਦੀ ਰਹਿੰਦੀ ਹੈ। ਇਹ ਬਜ਼ੁਰਗਾਂ ਦੀਆਂ ਗੱਲਾਂ ਨੇ। ਤੁਹਾਨੂੰ ਪਤਾ, ਇੱਕ ਬੱਚੀ ਦੀ ਸ਼ਾਦੀ ਚ ਤੁਸੀਂ ਵੀ ਹਿੱਸਾ ਪਾਇਆ ਸੀਗਾ। ਮੇਰੇ ਆਪਣੇ 2 ਬੇਟੇ ਜੀ। ਮੇਰੇ ਕੋਲ ਬੇਟੀ ਮੇਰੇ ਸਾਲੇ ਦੀ ਕੋਈ 4-5 ਸਾਲ ਤੋਂ ਸੀ, ਬਚਪਨ ਤੋਂ। ਮੇਰੀ ਪਤਨੀ ਨੇ ਉਹਨੂੰ ਪੜ੍ਹਾਇਆ ਵੀ, ਲਿਖਾਇਆ ਵੀ, ਐਮਏ ਵੀ ਕਰੀ, ਪਰਿਵਾਰ ਨੂੰ ਚਲਾਇਆ, ਸ਼ਾਦੀ ਵੀ ਕੀਤੀ। ਸ਼ਾਦੀ ਤੁਸੀਂ ਆਪਣਾ ਯੋਗਦਾਨ ਪਾਇਆ ਸੀ। ਚਲੋ, ਉਹ ਬੱਚੀ ਆਪਣੇ ਘਰ ਸੁੱਖੀ ਸਾਦੀ ਬਸ ਰਹੀ ਹੈ, ਲੇਕਿਨ ਉਹਨੂੰ ਘੱਟੋ ਘੱਟ ਮਹਿਸੂਸ ਨਹੀਂ ਹੁੰਦਾ ਵੀ ਤੇਰੀ ਮਾਂ ਨਹੀਂ ਹੈ, ਤੇਰਾ ਪਿਓ ਨਹੀਂ ਹੈ। ਹਰ ਉਹਦੀ ਖਾਸ ਪੂਰੀ ਕੀਤੀ, ਜਿੰਨੀ ਸਾਡੀ ਸਮਰੱਥਾ ਸੀ। ਔਰ ਮੈਂ ਇਹਦੇ ਨਾਲ 2 ਬੱਚੇ ਦੀ ਹੋਰ ਗੱਲ ਕਰੂੰਗੀ। ਸਾਡੇ ਕੋਲ ਕ੍ਰਾਕੇ ਸੋਸ਼ਲ ਸਰਵਿਸ ਦਾ ਪ੍ਰਧਾਨ ਸੀ, ਜਨਰਲ ਸਕੱਤਰੀ ਰਾਜਪਾਲ ਸਾਹੂ ਹੁੰਦਾ ਸੀ, ਪਕੜਾ ਪਲੇਅਰ ਸੀ, ਇੰਟਰਨੈਸ਼ਨਲ ਪਲੇਅਰ ਸੀ ਉਹਦਾ। 2 ਬੱਚੀਆਂ ਸਾਡੇ ਕੋਲ ਖੇਡਦੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਦਾ ਫਾਦਰ ਜਿਹੜਾ ਸੀ ਉਹ ਰਿਕਸ਼ਾ ਚਲਾਉਂਦਾ ਸੀ ਤੇ ਸ਼ਾਮ ਨੂੰ ਜੋ ਪਕਾਈ ਕਰਦਾ ਦਰ ਪੀ ਕੇ ਘਰ ਆ ਜਾਂਦਾ ਸੀ, ਮਾਂ ਦੀ ਕੁੱਟਮਾਰ ਕਰਦਾ। ਓਏ ਹੋਏ ਹੋਏ, ਇਹੋ ਜਿਹਾ ਹੀ ਹੋਣਾ ਕਿ ਵੀ ਕੁੱਟਮਾਰ ਹੀ ਕਰਦਾ। ਚਲੋ, ਉਹ ਬੱਚਿਆਂ ਨੂੰ ਅਸੀਂ ਪੜ੍ਹ ਲਏ। ਉਹਨਾਂ ਨੂੰ ਅਸੀਂ ਨੇ ਕਦੀ ਕਿਸੇ ਨੂੰ ਫੋਨ ਕਰਨਾ ਵੀ ਭਾਈ ਇਹ ਬੱਚੀ ਦੀ ਫੀਸ ਹੈ, ਇਹਦਾ ਕਿਤਾਬਾਂ ਲੈਣੀਆਂ, ਇਹਨੂੰ ਲੈ ਜਾਓ, ਕੋਈ ਸਾਫ ਨਹੀਂ ਕਰਨਾ, ਕੁਛ ਨਹੀਂ। 2 ਕੁੜੀ ਨੇ +2 ਕਰਾਈ। +2 ਤੋਂ ਬਾਅਦ ਪੁਲਿਸ ਦੀ ਭਰਤੀ ਨਿਕਲੀ। ਮੈਂ ਕਿਹਾ ਬੱਚੇ ਅਪਲਾਈ ਕਰੋ, ਤੁਸੀਂ ਕੋਈ ਗੱਲ। ਅਪਲਾਈ ਕੀਤਾ। ਉਹ ਫਿਜ਼ੀਕਲ ਤਾਂ ਇੰਨੀ ਫਿੱਟ ਸੀਗੀ, ਫਸਟ ਆਈਆਂ ਫਿਜ਼ੀਕਲ ਦੋਵੇਂ ਪੈਰ। ਤੇ ਬਾਕੀ ਜਿਹੜਾ ਸੀ ਉਹ ਟੈਸਟ ਰਹਿ ਗਿਆ। 2 ਅਟੈਂਪਟ ਦੇ, ਤੀਜੇ ਅਟੈਂਪਟ ਤੇ ਅੱਗੇ ਰੋਣ ਲੱਗ ਪਈ। ਮੈਂ ਬੱਚੇ ਕੁਛ ਨਹੀਂ, ਕੋਈ ਗੱਲ ਨਹੀਂ, ਕੋਈ ਫਿਰ ਟਰਾਈ ਕਰਾਂਗੇ, ਕੋਈ ਗੱਲ ਨਹੀਂ। ਕੁਦਰਤੀ ਇੱਥੇ ਉਹਦੇ DGP ਸਾਹਿਬ ਹੁੰਦੇ, ਸੋਤਾ ਸਾਹਿਬ ਹੁੰਦੇ ਸੀ, ਚੇਅਰਮੈਨ ਸੀ। ਮੈਂ ਕਿਹਾ ਚਲ ਫੋਨ ਕਰਕੇ ਪੁੱਛਦੇ ਉਹਨਾਂ ਨੂੰ। ਮੈਂ ਉਹਨੂੰ ਫੋਨ ਕੀਤਾ, ਉਹ ਆਪ ਚੁੱਕ ਲਿਆ, ਕੀ ਹਾਲ ਚਾਲ? ਮੈਂ ਕਿਹਾ ਠੀਕ। ਕਹਿੰਦੇ ਹੁਕਮ ਕਰੋ। ਮੈਂ ਕਿਹਾ ਸਰ ਆਹ ਗੱਲ ਹੈ, ਦਲਿਤ ਪਰਿਵਾਰ ਨਾਲ ਬੱਚੇ ਸੰਬੰਧਿਤ ਆ ਕਰ।
ਕਹਿੰਦੇ ਨੰਬਰ ਦੱਸੋ ਫਟਾਫਟ। ਮੈਂ ਦੋਵਾਂ ਨੰਬਰ ਦੱਸੇ ਤੇ 15 ਮਿੰਟਾਂ ਬਾਅਦ ਉਹਨਾਂ ਦੇ ਪੀਏ ਦਾ ਫੋਨ ਆ ਗਿਆ ਜੀ, ਇਹਨਾਂ ਬੀਬੀਆਂ ਨੂੰ ਬੱਚੀ ਨੂੰ ਕਹੋ 15 ਦਿਨਾਂ ਬਾਅਦ ਇਹ ਬੱਚੀਆਂ ਸਾਰੀਆਂ ਰੱਖ ਲੈਣੀਆਂ। ਅੱਜ ਉਹ ਬੱਚੀਆਂ ਪੁਲਿਸ ਵਿੱਚ ਨੌਕਰੀ ਕਰਦੀਆਂ, ਨੌਕਰੀ ਕਰੀਏ ਤੇ ਮੈਨੂੰ ਕਹਿੰਦੀਆਂ ਸਰ ਆ ਗੱਲ, ਮੈਂ ਕਿਹਾ ਬੱਚੇ ਇੱਕ ਕੰਮ ਕਰਿਓ, ਤੁਹਾਡਾ ਇੱਕੋ ਭਰਾ ਵਾ, ਮਿਹਨਤ ਕਰੋ, ਪਹਿਲਾਂ ਸਭ ਤੋਂ ਆਪਣਾ ਮਕਾਨ ਬਣਾਓ, ਮਾਂ ਨੂੰ ਸੈੱਟ ਕਰੋ, ਪਿਓ ਨੂੰ ਸੈੱਟ ਕਰੋ, ਫਿਰ ਸ਼ਾਦੀ ਕਰਾਓ। ਤੇ ਜਿੱਦਣ ਮੈਂ ਤੇ ਗਏ ਸੀ ਉਦੋਂ ਉੱਥੇ ਥਾਣੇ ਗਏ ਸੀ ਅਸੀਂ, ਆਪਣੇ ਜਿਹੜੇ ਸੀ ਰਿਸ਼ਤੇਦਾਰ, ਉਹ ਬੱਚੀ ਬੈਠੀ ਜਾਂਦੇ ਨੇ ਉੱਥੇ, ਬੱਚੇ ਬੈਠੀ ਸਰ ਤੁਸੀਂ ਕਿਵੇਂ ਸਰ, ਮੈਂ ਕਿਹਾ ਬੱਚੇ ਆ ਗੱਲ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਾਓ, ਮੈਂ ਦੇਖ ਲੂੰਗਾ ਆਪੇ ਕੋਈ ਗੱਲ। ਇਸ ਤਰ੍ਹਾਂ ਹੁੰਦਾ ਜੀ, ਗਿਵ ਐਂਡ ਟੇਕ ਹੁੰਦਾ। ਕਰ ਭਲਾ, ਬੜਾ ਸਕੂਨ ਮਿਲਿਆ ਇਸ ਗੱਲ ਨੂੰ ਵੀ ਸਾਡੇ ਚਲੋ ਅਸੀਂ ਭਾਵੇਂ ਕੁਛ ਨਹੀਂ ਕੀਤਾ, ਉਹਨੇ ਕਿਸਮਤ ਸੀਗੀ, ਉਹ ਬੱਚੇ ਦੇ ਭਰਤੀ ਹੋ ਗਈ। ਇਸ ਕਰਕੇ ਬੱਚੀਆਂ ਦੇ ਬਗੈਰ ਜਿਹੜਾ ਵਾ ਉਹ ਨਹੀਂ ਗੱਲ ਬਣਦੀ। ਘਰ ਵੀ ਸੁੰਨਾ ਸੁੰਨਾ ਲੱਗਦਾ ਜੀ, ਘਰ ਵੀ ਸੁੰਨਾ ਸੁੰਨਾ ਲੱਗਦਾ। ਕਰ ਭਲਾ ਸੋ ਹੋ ਭਲਾ। ਬਹੁਤ ਬਹੁਤ ਸ਼ੁਕਰੀਆ ਪਟੇ ਸਾਹਿਬ, ਮਿਲਦੇ ਆ ਫਿਰ ਸੋਮਵਾਰ ਨੂੰ, ਰੱਬ ਰਾਖਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।